TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਦਾ ਆਪਣਾ ਇੱਕ ਪ੍ਰੋਗਰਾਮ ਵਿਸ਼ੇਸ਼ ਪ੍ਰੋਗਰਾਮ ਹੈ। ਇਸ ਕਰਕੇ ਬੀਤੇ ਕੁਝ ਕੁ ਦਿਨਾਂ ਤੋਂ ਇੱਕ ਖਬਰ ਬਹੁਤ ਵੱਡੇ ਪੈਮਾਨੇ ਤੇ ਫੈਲ ਰਹੀ ਹੈ ਔਰ ਉਹਨੇ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਉਹਨਾਂ ਨੂੰ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਹੈ। ਬੜੀਆਂ ਆਸਾਂ ਨਾਲ, ਬੜੀਆਂ ਉਮੀਦਾਂ ਨਾਲ ਆਪਣੇ ਪੁੱਤਰਾਂ ਨੂੰ, ਆਪਣੀਆਂ ਧੀਆਂ ਨੂੰ ਕੈਨੇਡਾ ਦੇ ਵਿੱਚ ਪੜ੍ਹਨ ਵਾਸਤੇ ਭੇਜਿਆ ਸੀ। ਪੜ੍ਹ ਵੀ ਲਏ, ਵਰਕ ਪਰਮਿਟ ਵੀ ਲੈ ਲਏ, ਪਰ ਜਦੋਂ ਜਿਸ ਦੀ ਚਿਰੋਕਣੀ ਉਡੀਕ ਸੀ ਕਿ ਹੁਣ ਉਹ ਪਰਮਾਨੈਂਟ ਹੋ ਜਾਣਗੇ, PR ਹੋਣਗੇ, ਪਿਛਲੇ ਕਰਜ਼ੇ ਕੁਰਜ਼ੇ ਲਾਹ ਦੇਣਗੇ, ਆਪਣੇ ਮਾਪਿਆਂ ਨੂੰ ਜਾਂ ਆਪਣੇ ਸਪਾਊਸਸ ਨੂੰ ਸੱਦਣਗੇ, ਪਰ ਉਦੋਂ ਜਿਵੇਂ ਕਹਿੰਦੇ ਨੇ ਕਿ ਜੱਟ ਦੀ ਪੱਕੀ ਫਸਲ ਉੱਤੇ ਗੜੇ ਅਚਨਚੇਤ ਹੀ ਪੈ ਗਏ। ਉਹਨਾਂ ਨੂੰ ਕੈਨੇਡਾ ਦੇ ਵਿੱਚੋਂ ਦੇਸ਼ ਨਿਕਾਲੇ ਦੀ ਸੂਚਨਾ ਮਿਲ ਗਈ ਤੇ ਨੋਟਿਸ ਉਹਨਾਂ ਦੇ ਹੱਥਾਂ ਵਿੱਚ ਆ ਗਏ। ਉਹਦੇ ਤੋਂ ਬਾਅਦ ਬਹੁਤ ਸਾਰੇ ਪਰਿਵਾਰਾਂ ਦੀਆਂ, ਬਹੁਤ ਸਾਰੇ ਨੌਜਵਾਨਾਂ ਦੀਆਂ ਧਰੀਆਂ ਧਰਾਈਆਂ ਰਹਿ ਗਈਆਂ ਨੇ। ਉਹਨਾਂ ਦੇ ਭਵਿੱਖ ਨੂੰ ਗ੍ਰਹਿਣ ਲੱਗ ਗਿਆ। ਬਹੁਤ ਸਾਰੀਆਂ ਤੁਹਾਡੀਆਂ ਈਮੇਲਸ, ਤੁਹਾਡੇ ਸੁਨੇਹੇ ਪਹੁੰਚੇ ਹੈ ਕਿ ਇਸ ਮਸਲੇ ਦੇ ਉੱਤੇ ਐਕਸਪਰਟ ਰਾਏ ਕੀ ਹੋ ਸਕਦੀ ਹੈ, ਕੀ ਉਹਨਾਂ ਨੂੰ ਦੇਸ਼ ਨਿਕਾਲਾ ਮਿਲਣਾ ਸੰਭਵ ਹੈ, ਕੀ ਕੋਈ ਚਾਂਸਸ ਹੈਗੇ ਆ ਕਿ ਉਹ ਕੈਨੇਡਾ ਵਿੱਚ ਰਹਿ ਜਾਣ। ਅੱਜ ਰੂਟੀਨ ਵਾਲਾ ਪ੍ਰੋਗਰਾਮ ਰੋਕ ਕੇ ਫੌਰੀ ਤੌਰ ਤੇ ਇਮੀਗ੍ਰੇਸ਼ਨ ਦੇ ਐਕਸਪਰਟ ਨੇ ਉਹਨਾਂ ਦੇ ਨਾਲ ਇਸ ਪ੍ਰੋਗਰਾਮ ਵਿੱਚ ਗੱਲਬਾਤ ਕੀਤੀ ਜਾਣੀ ਹੈ, ਕਿਉਂਕਿ ਬਹੁਤ ਸਾਰੇ ਲੋਕ ਨੇ ਉਹ ਆਪਣੀਆਂ ਗੱਲਾਂ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਉਸ ਬਨਾਹ ਦੇ ਆਧਾਰ ਦੇ ਉੱਤੇ ਤੁਹਾਨੂੰ ਸਲਾਹਾਂ ਦਿੰਦੇ ਹੈ। ਪਰ ਆਓ ਅੱਜ ਆਪਾਂ ਸਲਾਹ ਲੈਣ ਜਾ ਰਹੇ ਹਾਂ। ਜਸਵੀਰ ਸਿੰਘ ਕਲੇਰ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ, ਆਪਣੇ ਪ੍ਰੋਗਰਾਮਾਂ ਦੀ ਸ਼ਾਨ ਅੱਗੇ ਵੀ ਬਣਦੇ ਰਹੇ ਹੈ। ਕਲੇਰ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਬੈਨੀਪਾਲ ਸਾਹਿਬ, ਤੁਹਾਨੂੰ ਤੇ TVN ਦੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਦਾ ਬਹੁਤ ਬਹੁਤ ਪਿਆਰ, ਸਤਿਕਾਰ ਭਰੀ ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਸਵੀਰ, ਤੁਸੀਂ ਹੁਣੇ ਸੁਣ ਰਹੇ ਸੀ ਕਿ 700 ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਮਿਲਿਆ CBSE ਵੱਲੋਂ। ਪੰਜਾਬ ਦੇ ਵਿੱਚ ਵੀ ਉਹਨਾਂ ਦੇ ਸਾਹ ਸੂਤੇ ਪਏ ਆ। ਇੱਥੇ ਆਪਾਂ ਨੂੰ ਪਹਿਲਾਂ ਵੀ ਪਤਾ ਕਿ ਵਿਦਿਆਰਥੀ ਕਿੰਨੀ ਸਟ੍ਰੈਸ ਦੇ ਵਿੱਚੋਂ ਗੁਜ਼ਰਦੇ ਆ। 30-30, 35-35 ਲੱਖ ਰੁਪਏ ਨੂੰ ਇਕੱਲਾ ਪਰਿਵਾਰ ਆਇਆ ਪਿਆ। ਹੁਣ ਆਪਾਂ ਇਸੇ ਭਗ ਦੇ ਮਸਲੇ ਦੇ ਉੱਤੇ ਗੱਲਬਾਤ ਕਰਨੀ ਹੈ। ਸਭ ਤੋਂ ਪਹਿਲਾਂ ਮੈਨੂੰ ਇਹ ਦੱਸਿਓ ਕਿ ਜਦੋਂ ਵੀਜ਼ਾ ਐਪਲੀਕੇਸ਼ਨ ਕੋਈ ਕਰਦਾ ਹੈ ਕਿ ਵੀਜ਼ਾ ਅਫਸਰ ਅੱਖਾਂ ਬੰਦ ਕਰਕੇ ਜੀ ਉਹਨੂੰ ਵੀਜ਼ਾ ਦੇ ਦਿੰਦੇ ਨੇ, ਉਹ ਕਿਸੇ ਡਾਕੂਮੈਂਟ ਦੀ ਜਾਂਚ ਪੜਤਾਲ ਕਰਦੇ ਨਹੀਂ ਜੀ? ਬੈਨੀਪਾਲ ਸਾਹਿਬ, ਇਹ ਬਹੁਤ ਹੀ ਜ਼ਿਆਦਾ ਦੁੱਖ ਭਰੀ ਖਬਰ ਹੈ ਜਿਹਨੇ ਸੰਸਾਰ ਭਰ ਦੇ ਜਿੱਥੇ ਵੀ ਕੋਈ ਸੁਹਿਰਦਵਾਨ ਲੋਕ ਜਿਹੜੇ ਖਾਸ ਤੌਰ ਤੇ ਇੰਡੀਅਨ ਕਮਿਊਨਿਟੀ ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਪਰੇਸ਼ਾਨ ਕੀਤਾ ਆ। ਉਹ ਬੱਚੇ ਜਿਨ੍ਹਾਂ ਨੇ, ਜਿਸ ਤੁਸੀਂ ਦੱਸਿਆ ਹੈ ਕਿ ਲੱਖਾਂ ਰੁਪਈਆ ਲਗਾਉਣ ਤੋਂ ਬਾਅਦ ਕੈਨੇਡਾ ਆਏ, ਕੁਝ ਸਾਲ ਪਹਿਲਾਂ ਆ ਕੇ ਪੜ੍ਹਾਈ ਕੀਤੀ, ਉਸ ਤੋਂ ਬਾਅਦ ਵਰਕ ਪਰਮਿਟ ਲਾਏ, ਉਸ ਤੋਂ ਬਾਅਦ ਉਹਨਾਂ ਨੇ ਆਪਣੀ ਪੱਕੀ ਪਰਮਾਨੈਂਟ ਰੈਜ਼ੀਡੈਂਸੀ ਲਗਾਉਣ ਲਈ ਐਪਲੀਕੇਸ਼ਨ ਕੀਤੀ ਦਾ ਜਿਹੜਾ ਆ ਜਾਣਾ, ਉਹ ਸਾਡੇ ਵਾਸਤੇ, ਉਹਨਾਂ ਬੱਚਿਆਂ ਵਾਸਤੇ, ਉਹਨਾਂ ਦੇ ਮਾਂ-ਬਾਪ ਵਾਸਤੇ, ਖਾਸ ਤੌਰ ਤੇ ਉਹਨਾਂ ਦੋਨਾਂ ਵਾਸਤੇ ਇਹ ਇੱਕ ਤਲਵਾਰ ਦੀ ਧਾਰ ਤੇ ਤੁਰਨ ਵਾਲੀ ਗੱਲ ਹੈ। ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਕਿ ਕੀ ਵੀਜ਼ਾ ਆਫਿਸਰ ਐਪਲੀਕੇਸ਼ਨ ਦੇ ਜਮ੍ਹਾਂ ਹੋਣ ਤੋਂ ਬਾਅਦ ਕੋਈ ਐਸੀ ਵੈਰੀਫਿਕੇਸ਼ਨ ਨਹੀਂ ਕਰਦੇ? ਬੈਨੀਪਾਲ ਸਾਹਿਬ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਆ ਜਿਹੜੀਆਂ ਆਫਿਸਰ ਦੀ ਡਿਸਕ੍ਰਿਸ਼ਨ ਤੇ ਛੱਡੀਆਂ ਹੋਈਆਂ ਹੁੰਦੀਆਂ ਨੇ, ਜਿਹੜੀਆਂ ਆਫਿਸਰ ਦੀ ਮਰਜ਼ੀ ਤੇ ਡਿਪੈਂਡ ਕਰਦੀਆਂ ਨੇ ਕਿ ਉਹਨੇ ਕਿਹੜੀ ਫਾਈਲ ਦੀ ਵੈਰੀਫਿਕੇਸ਼ਨ ਕਰਨੀ ਆ ਤੇ ਕਿਹੜੀ ਫਾਈਲ ਦੀ ਵੈਰੀਫਿਕੇਸ਼ਨ ਨਹੀਂ ਕਰਨੀ। ਸੋ ਇਸ ਕਰਕੇ ਇੱਥੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਆਫਿਸਰਸ ਨੇ ਲੱਗਦਾ ਹੈ ਕਿ ਕੋਈ ਐਸੀ ਵੈਰੀਫਿਕੇਸ਼ਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਕਿਸੇ ਕਾਲਜ ਦੇ ਨਾਲ, ਕਿਉਂਕਿ ਮੁੱਦਾ ਕੀ ਹੈ ਕਿ ਜਿਹੜੀਆਂ ਉਹਨਾਂ ਦੀਆਂ ਆਫਰ ਲੈਟਰ ਸੀ ਕਾਲਜ ਦੇ ਵਿੱਚੋਂ, ਕੈਨੇਡਾ ਦੀ ਐਡਮਿਸ਼ਨ ਲੈਟਰ ਸੀਗੀਆਂ, ਉਹ ਫੇਕ ਪਾਈਆਂ ਗਈਆਂ। ਪਰ ਉਹ ਫੇਕ ਇੰਨੇ ਸਾਲ ਬਾਅਦ ਪਾਈਆਂ ਗਈਆਂ ਜਿਹੜਾ ਹੁਣ ਕਿਸੇ ਦੇ ਚਿੱਤ ਯਾਦ ਵੀ ਨਹੀਂ ਸੀ। ਸੋ ਵੀਜ਼ਾ ਆਫਿਸਰ ਜਿਹੜੇ ਉਸ ਟਾਈਮ ਆਪਣੇ ਪ੍ਰੋਟੋਕਾਲ ਦੇ ਵਿੱਚ ਬੱਝੇ ਹੋਏ ਹੁੰਦੇ ਨੇ, ਜਿਹਦੇ ਵਿੱਚ ਉਹਨਾਂ ਨੇ ਪਾਸਪੋਰਟ, ਫੀਸ, ਫੋਟੋਗ੍ਰਾਫਸ, ਫਾਈਲ ਦੀ ਕੰਪਲੀਸ਼ਨ ਜਿਹੜੀ ਆ, ਫੰਡਸ ਵਗੈਰਾ, ਕੋਈ GIC ਦੇ ਲੈਟਰ, ਕੋਈ ਐਡਮਿਸ਼ਨ ਲੈਟਰ ਤਾਂ ਚੈੱਕ ਕਰ ਲੈਂਦੇ ਨੇ ਕਿ ਗਿਣਤੀ ਵਾਈਜ਼ ਤਾਂ ਚੀਜ਼ਾਂ ਪੂਰੀਆਂ ਹੋ ਗਈਆਂ, 1 2 3 4 5 ਤਾਂ ਪੂਰੇ ਹੋ ਗਏ ਨੇ, ਪਰ ਉਹਨਾਂ ਦੀ ਵੈਲਿਡਿਟੀ ਕੀ ਹੈ, ਉਹ ਸੱਚੇ ਆ ਕਿ ਝੂਠੇ ਆ? ਇਹ ਚੀਜ਼ ਉਹੀ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਉਹਨਾਂ ਦੀ ਇਹ ਡਿਸਕ੍ਰਿਸ਼ਨ ਤੇ ਮਰਜ਼ੀ ਤੇ ਡਿਪੈਂਡ ਹੁੰਦਾ ਹੈ ਕਿ ਜਿਹਦੇ ਵਿੱਚ ਸ਼ਾਇਦ ਉਹਨਾਂ ਨੇ ਇਹ ਚੀਜ਼ ਨਹੀਂ ਵਰਤੀ, ਵੀਜ਼ਾ ਇਸ਼ੂ ਹੋ ਗਏ, ਉਹ ਇੱਥੇ ਆ ਗਏ। ਸੋ ਇਹ ਇਸ ਤਰੀਕੇ ਨਾਲ ਪ੍ਰੋਸੀਜਰ ਵਾਪਰਿਆ। ਅੱਛਾ, ਹੁਣ ਸਵਾਲ ਇਹ ਤੋਂ ਅਗਲਾ ਇਹ ਹੈ ਕਿ ਠੀਕ ਹੈ, ਉਹਨੇ ਤਾਂ ਉਹ ਕਰ ਦਿੱਤਾ, ਜਿਵੇਂ ਚੈੱਕ ਲਿਸਟ ਤੁਸੀਂ ਦਿੰਦੇ ਹੋ ਕਿ 5 ਚੀਜ਼ਾਂ ਨੇ, ਆ 5 ਪੂਰੀਆਂ ਪਈਆਂ ਨੇ, ਵੈਰੀਫਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਜੇ ਵੀਜ਼ਾ ਆਫਿਸਰ ਨੇ ਵੈਰੀਫਾਈ ਨਹੀਂ ਕੀਤਾ, ਜਿਹਦੀ ਇੱਕ ਜ਼ਿੰਮੇਵਾਰੀ ਬਣਦੀ ਹੈ, ਪਰ ਸਾਰੀ ਅੰਡ ਪੰਡ ਹੁਣ ਵਿਦਿਆਰਥੀਆਂ ਤੇ ਆ ਗਈ। ਉਸ ਇਮੀਗ੍ਰੇਸ਼ਨ ਕੰਸਲਟੈਂਟ ਨੇ ਵੀ ਚਲਾਕੀ ਕੀਤੀ ਹੈ ਕਿ ਉਹ ਕਾਲਮ ਟਿਕ ਮਾਰਕ ਕੀਤਾ ਹੋਇਆ ਕਿ ਅਸੀਂ ਆਪ ਇਹ ਫਾਰਮ ਭਰੇ ਹੈ ਕਿ
ਹੁਣ ਵੀਜ਼ਾ ਆਫਿਸਰ ਦੀ ਇਹ 'ਚ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਜੀ? ਬਹੁਤ ਹੀ ਇਹ ਅਨਫੋਰਚੂਨੇਟ ਕੰਡੀਸ਼ਨ ਹੈ ਵੈਨੀਪਾਲ ਸਾਹਿਬ ਕਿ ਜਦੋਂ ਅਸੀਂ ਇਹ ਨਿਊਜ਼ ਦੀ ਹੋਰ ਡਿਟੇਲ ਦੇ ਵਿੱਚ ਜਾਂਦੇ ਹਾਂ ਤਾਂ CBSA ਜਿਹੜੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਵਾਲੇ ਆ, ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਇੱਕ ਬਹੁਤ ਵੱਡਾ ਹਿੱਸਾ ਆ, ਉਹਨਾਂ ਨੇ ਇਹ ਡਿਕਲਾਈਨ ਕਰ ਦਿੱਤਾ ਆ ਕਿ ਅਸੀਂ ਇਹਦੇ ਵਿੱਚ ਕੋਈ ਵੀ ਜ਼ਿੰਮੇਵਾਰੀ ਨਹੀਂ ਲੈਂਦੇ। ਅਸੀਂ ਆਪ ਦੇ ਡਿਪਾਰਟਮੈਂਟ ਦੀ ਕੋਈ ਵੀ ਐਸੀ ਗਲਤੀ ਜਾਂ ਐਸੀ ਕੋਈ ਕੁਤਾਹੀ ਨੂੰ ਬਿਲਕੁਲ ਨਹੀਂ ਐਕਸੈਪਟ ਕਰ ਰਹੇ। ਜਿਨ੍ਹਾਂ ਨੇ ਇਹ ਡਾਕੂਮੈਂਟ ਜਮ੍ਹਾਂ ਕਰਵਾਏ ਨੇ ਤੇ ਜਿਨ੍ਹਾਂ ਦਾ ਮਤਲਬ ਹੈਗਾ ਸਟੂਡੈਂਟਸ ਖੁਦ, ਉਹਨਾਂ ਨੂੰ ਅਸੀਂ ਡਾਇਰੈਕਟਲੀ ਤੌਰ ਤੇ ਜ਼ਿੰਮੇਵਾਰ ਮੰਨਦੇ ਹਾਂ। ਉਹੀ ਇਸ ਮਿਸਰੀਪ੍ਰੈਜ਼ੈਂਟੇਸ਼ਨ ਲਈ ਜ਼ਿੰਮੇਵਾਰ ਹੈਗੇ ਆ ਤੇ ਇਸ ਕਰਕੇ ਅਜੇ ਤੱਕ ਅੱਜ ਦੀ ਡਿਵੈਲਪਮੈਂਟ ਦੇ ਮੁਤਾਬਕ ਉਹਨਾਂ ਨੇ ਇਸ ਚੀਜ਼ ਨੂੰ ਬਿਲਕੁਲ ਵੀ ਐਕਸੈਪਟ ਨਹੀਂ ਕੀਤਾ। ਹੁਣ ਦੂਸਰੀ ਗੱਲ ਇਹ ਹੈ ਕਿ ਅਗਰ ਤਾਂ ਡਾਕੂਮੈਂਟਸ ਕੋਈ ਐਪਲੀਕੈਂਟ ਡਾਇਰੈਕਟ ਸਬਮਿਟ ਕਰਦਾ ਆ, ਅਗਰ ਅਸੀਂ ਫੋਰ ਐਗਜ਼ਾਮਪਲ ਕਿਸੇ ਵੀ ਏਜੰਟ ਨੇ ਉਹਨਾਂ ਨੂੰ ਉਹ ਡਾਕੂਮੈਂਟ ਤਿਆਰ ਕਰਕੇ ਦੇ ਦਿੱਤੇ, ਆਨਲਾਈਨ ਐਪਲੀਕੇਸ਼ਨ ਰੈਡੀ ਕਰ ਦਿੱਤੀ ਤੇ ਉਹਦੇ ਬਿਹਾਫ ਤੇ ਸਬਮਿਟ ਕਰ ਦਿੱਤੀ, ਹੁਣ ਉਹਨਾਂ ਨੇ ਜ਼ਿਆਦਾਤਰ ਉਹਦੇ ਵਿੱਚ ਇਹ ਪਾਇਆ ਜਾ ਰਿਹਾ ਕਿ ਜਿਹੜਾ ਉਹ ਇਮੀਗ੍ਰੇਸ਼ਨ ਏਜੰਟ ਸੀਗਾ ਉੱਥੇ ਉਹਨੇ ਆਪ ਦਾ ਕਿਤੇ ਜ਼ਿਕਰ ਹੀ ਨਹੀਂ ਕੀਤਾ, ਉਹਨੇ ਆਪ ਨੂੰ ਇੱਕ ਰਿਪਰੈਜ਼ੈਂਟੇਟਿਵ ਵਾਲਾ ਧਿਰ ਦੇ ਤੌਰ ਤੇ ਸ਼ੋਅ ਹੀ ਨਹੀਂ ਕੀਤਾ, ਕਿਉਂਕਿ ਰਿਪਰੈਜ਼ੈਂਟੇਟਿਵ ਇਮੀਗ੍ਰੇਸ਼ਨ ਕਾਨੂੰਨਾਂ ਦੇ ਮੁਤਾਬਕ ਉਹੀ ਬਣ ਸਕਦਾ ਆ ਜਿਹੜਾ CICC ਦਾ ਆਥੋਰਾਈਜ਼ਡ ਕੋਰਸ ਕਰਨ ਤੋਂ ਬਾਅਦ ਇੱਕ ਐਕਟਿਵ ਗੁੱਡ ਸਟੈਂਡਿੰਗ ਦੇ ਵਿੱਚ ਮੈਂਬਰ ਹੈਗਾ ਆ। ਸੋ ਉਹ ਐਸਾ ਵੀ ਨਹੀਂ ਸੀ। ਬਾਕੀ ਉਸਨੇ ਜਿਹੜੀਆਂ ਚਾਲਾਂ ਚੱਲੀਆਂ ਉਹਦੇ ਮੁਤਾਬਕ ਹੁਣ ਖਮਿਆਜ਼ਾ ਜਿਹੜਾ ਐਟ ਦਾ ਐਂਡ ਆਫ ਦਾ ਡੇ ਜਿਹੜੀ ਜ਼ਿੰਮੇਵਾਰੀ ਆ ਉਹ ਇਮੀਗ੍ਰੇਸ਼ਨ ਨੇ ਸਟੂਡੈਂਟਸ ਦੇ ਉੱਤੇ ਹੀ ਪਾ ਦਿੱਤੀ ਆ, ਜਿਹੜੀ ਕਿ ਬੜੀ ਮੰਦਭਾਗੀ ਆ। ਹੁਣ ਜਸਵੀਰ ਸਿੰਘ ਇਹ ਦੱਸੋ ਕਿ ਤੁਸੀਂ ਬਿਲਕੁਲ ਕਲੀਅਰ ਕਰ ਦਿੱਤਾ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਉਹਨਾਂ ਦੇ ਅਫਸਰ ਉਹਨਾਂ ਨੇ ਆਪਣੀ ਖੱਲ ਬਚਾ ਲਈ ਆ। ਹੁਣ ਸਾਰੀ ਅੰਡ ਪੰਡ ਲਗਭਗ 700 ਪਰਿਵਾਰਾਂ ਤੇ ਕਹੀਏ ਜਾਂ 700 ਵਿਦਿਆਰਥੀਆਂ ਤੇ ਆ ਗਈ ਹੈ। ਉਹ ਰੋਸ ਮੁਜ਼ਾਹਰੇ ਵੀ ਕਰਨਗੇ, ਉਹ ਧਰਨੇ ਵੀ ਦੇਣਗੇ, ਉਹ ਜਲੰਧਰ ਦੇ ਵਿੱਚ ਵੀ ਕਾਰਵਾਈਆਂ ਪੈਣੀਆਂ ਸ਼ੁਰੂ ਹੋ ਗਈਆਂ ਨੇ। ਪਰ ਉਹਨਾਂ ਕਾਰਵਾਈਆਂ ਦੇ ਨਾਲ ਹੋ ਸਕਦਾ ਕਿ ਵੱਧ ਤੋਂ ਵੱਧ ਉਹਦਾ ਲਾਇਸੈਂਸ ਰੱਦ ਹੋ ਜੇ, ਹੋ ਸਕਦਾ ਉਹਨੂੰ ਕੰਮ ਕਰਨ ਤੋਂ ਬੰਦ ਕਰ ਦੇਣ, ਹੋ ਸਕਦਾ ਉਹਨੂੰ ਥੋੜ੍ਹੀ ਬਹੁਤੀ ਸਜ਼ਾ ਹੋ ਜਾਏ, ਇਹੀ ਹੋਣਾ। ਪਰ ਇੱਧਰਲੇ ਪਾਸੇ ਜਿਹੜੇ ਸੁਨਹਿਰੇ ਭਵਿੱਖ ਦੀ ਆਸ ਵਿੱਚ ਆਏ ਸੀ, ਜਿਨ੍ਹਾਂ ਦੇ ਮਾਪਿਆਂ ਦੇ ਬਹੁਤ ਵੱਡੇ ਸੁਪਨੇ ਨੇ, ਬੱਚਿਆਂ ਦੇ ਬਹੁਤ ਵੱਡੇ ਸੁਪਨੇ ਸੀ, ਕਿੰਨੇ ਕੁ ਚਾਂਸ ਨੇ? ਕਿਉਂਕਿ ਮੈਂ ਬਹੁਤ ਸਾਰੀਆਂ ਖਬਰਾਂ ਪੜ੍ਹਦਾ, ਕਈ ਤਾਂ ਕਹਿੰਦੇ ਜੀ ਡਿਪੋਰਟ ਹੋ ਗਏ ਸਮਝੋ। ਕੀ ਹੁਣ ਡਿਪੋਰਟ ਹੋਣਗੇ? ਕੀ ਇਹਨਾਂ ਕੋਲੇ ਕੋਈ ਚਾਂਸ ਹੈਗੇ ਨੇ? ਜੀ ਹੈਗੇ ਆ ਤਾਂ 100 ਦੇ ਵਿੱਚੋਂ ਕਿੰਨੇ ਫੀਸਦੀ ਨੇ ਜੀ ਇੱਥੇ ਰਹਿਣ ਦੇ ਤੇ ਦੇਸ਼ ਨਿਕਾਲੇ ਦੇ? ਬੈਨੀਪਾਲ ਸਾਹਿਬ, ਗਿਣਤੀ ਜਿਹੜੀ ਆ 1-2 ਦੀ ਹੁੰਦੀ ਤਾਂ ਸ਼ਾਇਦ ਆਪਾਂ ਨੂੰ ਪਤਾ ਵੀ ਨਾ ਲੱਗਦਾ। ਗਿਣਤੀ 2, 4, 5 ਦੀ ਹੁੰਦੀ ਤਾਂ ਸ਼ਾਇਦ ਤਾਂ ਵੀ ਪਤਾ ਨਾ ਲੱਗਦਾ। ਗਿਣਤੀ 700 ਆ, ਨੰਬਰ ਬਹੁਤ ਵੱਡਾ ਆ। ਹੁਣ 700 ਦਾ ਨੰਬਰ ਜਿਹੜਾ ਇਹ ਸਟੂਡੈਂਟ ਦਾ ਆਪਾਂ ਨੂੰ ਡਿਸਕਲੋਜ਼ ਹੋਇਆ ਨਿਊਜ਼ਪੇਪਰ ਦੇ ਥਰੂ, ਸੋਸ਼ਲ ਮੀਡੀਆ ਦੇ ਥਰੂ, ਜਦੋਂ ਵੀ ਕੋਈ ਡਿਪਾਰਟਮੈਂਟ, ਹੁਣ ਦੇਖੋ ਬੈਨੀਪਾਲ ਸਾਹਿਬ ਥੋੜੀ ਜਿਹੀ ਬੈਕਗਰਾਉਂਡ ਤੇ ਜਾਈਏ ਤਾਂ ਆਖਰ 2 ਸਾਲ ਨਾਰਮਲੀ ਸਾਰੇ ਸਟੂਡੈਂਟ 2 ਸਾਲ ਦਾ ਡਿਪਲੋਮਾ ਤਾਂ ਕੈਨੇਡਾ ਕਰਦੇ ਹੀ ਕਰਦੇ ਆ, 1 ਸਾਲ ਦਾ ਵੀ ਲੈ ਸਕਦੇ ਆ, ਡਿਗਰੀ ਵੀ ਲੈ ਸਕਦੇ ਆ। ਅਸੀਂ ਮੰਨ ਲੈਂਦੇ ਹਾਂ ਉਹਨੇ 2 ਸਾਲ ਦਾ ਡਿਪਲੋਮਾ ਪੂਰਾ ਕੀਤਾ, 2 ਸਾਲ ਉਹਨਾਂ ਦੀ ਜ਼ਿੰਦਗੀ ਦੇ ਡਿਪਲੋਮੇ ਨੂੰ ਪੂਰੇ ਕਰਨ ਤੇ ਲੱਗੇ। ਉਸ ਤੋਂ ਬਾਅਦ ਉਹਨਾਂ ਨੂੰ 3 ਸਾਲ ਦਾ ਵਰਕ ਪਰਮਿਟ ਮਿਲਿਆ, ਜਿਹਦੇ ਵਿੱਚ 1 ਸਾਲ ਉਹਨਾਂ ਨੇ ਆਪਣਾ ਵਰਕ ਐਕਸਪੀਰੀਅੰਸ ਲੈਣਾ ਸੀ, 1 ਸਾਲ ਉਹਨਾਂ ਦਾ ਉਹ ਲੱਗ ਗਿਆ। 3 ਸਾਲ ਜ਼ਿੰਦਗੀ ਦੇ ਤਾਂ ਕੰਟੀਨਿਊਟੀ ਦੇ ਵਿੱਚ ਲੱਗ ਜਾਂਦੇ ਆ। ਇਹ ਅਗਰ ਬਿਨਾਂ ਕਿਸੇ ਰੁਕਾਵਟ ਦੇ ਕੋਈ ਸਟੂਡੈਂਟ ਪੜ੍ਹਦਾ ਜਾਂਦਾ ਆ, ਕੰਮ ਨੂੰ ਅੱਛਾ ਮਿਲਦਾ ਜਾਂਦਾ ਆ, ਤਾਂ ਘੱਟੋ ਘੱਟ 3 ਸਾਲ ਉਹਦੀ ਜ਼ਿੰਦਗੀ ਦੇ ਲੱਗਦੇ ਨੇ PR ਨੂੰ ਅਪਲਾਈ ਕਰਨ ਵਾਸਤੇ। ਪਹਿਲੇ ਸਟੈਪ ਦੇ ਉੱਤੇ ਉਹਨਾਂ ਨੇ ਐਪਲੀਕੇਸ਼ਨ ਸਬਮਿਟ ਕੀਤੀ ਦਿੱਲੀ ਦੇ ਵਿੱਚ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ। ਸੈਕੰਡ ਸਟੈਪ ਤੇ ਉਹ ਜਦੋਂ ਕੈਨੇਡਾ ਏਅਰਪੋਰਟ ਤੇ ਪਹੁੰਚੇ, ਉੱਥੇ ਵੀ ਉਹਨਾਂ ਨੂੰ ਇਮੀਗ੍ਰੇਸ਼ਨ ਵਾਲੇ ਮਿਲੇ, ਉਹ ਉੱਥੋਂ ਵੀ ਲੰਘਾ ਦਿੱਤੇ ਗਏ। ਉਸ ਤੋਂ ਬਾਅਦ ਉਹਨਾਂ ਨੇ ਆਪ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਮੀਗ੍ਰੇਸ਼ਨ ਨੂੰ ਵਰਕ ਪਰਮਿਟ ਅਪਲਾਈ ਕੀਤਾ, ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ। ਉੱਥੇ ਵੀ 3rd ਪਲੇਸ ਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਆਇਆ। 4th ਪਲੇਸ ਤੇ ਜਾ ਕੇ ਉਹਨਾਂ ਨੇ ਇਮੀਗ੍ਰੇਸ਼ਨ ਫਾਈਲ ਕੀਤੀ ਤੇ ਉੱਥੇ ਜਾ ਕੇ ਜਦੋਂ ਬੈਕਗਰਾਉਂਡ ਚੈੱਕਸ ਹੋਈਆਂ, ਉੱਥੇ ਉਹਨਾਂ ਨੂੰ ਇਹ ਚੀਜ਼ਾਂ ਨਜ਼ਰ ਆਈਆਂ ਕਿ ਇਹਨਾਂ ਦੀ ਜਿਹੜੀ ਓਰੀਜਨਲ ਲੈਟਰ ਆਫ ਐਡਮਿਸ਼ਨ ਸੀ ਕੈਨੇਡਾ ਦੇ ਕਾਲਜਸ ਦੇ ਵਿੱਚੋਂ, ਉਹ ਫੇਕ ਸੀ, ਉਹ ਬਿਲਕੁਲ ਜ਼ਾਲੀ ਪਾਈ ਗਈ। ਹੁਣ ਇਹ 3 ਸਟੈਪ ਤੇ ਵੀ ਪਹਿਲਾਂ ਇਮੀਗ੍ਰੇਸ਼ਨ ਇਨਵੋਲਵ ਸੀ, ਪਰ ਕੋਈ ਬੈਕਗਰਾਉਂਡ ਚੈੱਕ ਨਹੀਂ ਹੋਈ। ਨਾਰਮਲੀ ਉੱਥੇ ਹੁੰਦੀ ਵੀ ਘੱਟ ਹੈ। ਜਿਸ ਸਟੇਜ ਤੇ ਜਾ ਕੇ ਹੋਈ ਆ, ਹੁਣ ਇਸ ਥਾਂ ਤੇ ਜਾ ਕੇ ਉਹਨਾਂ ਨੂੰ ਨਾਰਮਲੀ ਕਈ ਵਾਰ ਜ਼ਿਆਦਾਤਰ ਆਫਿਸਰ ਇੱਕ ਪ੍ਰੋਟੋਕਾਲ ਦੇ ਅਧੀਨ ਕੰਮ ਕਰਦੇ ਹੋਏ 30 ਦਿਨਾਂ ਦਾ ਇੱਕ ਨੋਟਿਸ ਭੇਜਦੇ ਆ, ਜਿਹਨੂੰ ਪ੍ਰੋਸੀਜਰਲ ਫੇਅਰਨੈਸ ਲੈਟਰ ਕਹਿੰਦੇ ਆ। ਉਹਦੇ ਵਿੱਚ ਵੀਜ਼ਾ ਆਫਿਸਰ ਆਪਣੇ ਕੰਸਰਨ, ਆਪਣੇ ਕੁਐਸਚਨ, ਆਪਣੇ ਡਾਊਟ ਉਹ ਲਿਖਦਾ ਆ ਕਿ ਮੈਨੂੰ ਤੇਰੀ ਐਪਲੀਕੇਸ਼ਨ ਸ਼ਾਇਦ ਰਿਫਿਊਜ਼ ਕਰਨੀ ਪਵੇ, ਇਹਦੇ ਵਿੱਚ ਆਹ ਚੀਜ਼ਾਂ ਮੈਨੂੰ ਨਜ਼ਰ ਆਈਆਂ ਨੇ। ਫਿਰ 30 ਡੇਜ਼ ਦੇ ਵਿੱਚ ਜ਼ਿਆਦਾਤਰ ਰਿਸਪੌਂਸ ਦਿੱਤਾ ਜਾਂਦਾ ਹੈ। ਹੁਣ ਇਹ ਨਹੀਂ ਪਤਾ ਕਿ ਉਹਨਾਂ ਨੂੰ ਇਹ 30 ਡੇਜ਼ ਦਾ ਨੋਟਿਸ ਆਇਆ ਜਾਂ ਨਹੀਂ ਆਇਆ। ਜੇ ਹੁਣ ਅਸੀਂ ਮੰਨ ਲਈਏ ਕਿ ਨੋਟਿਸ ਵੀ ਆਇਆ ਜਾਂ ਨਹੀਂ ਆਇਆ, ਐਟ ਦਾ ਐਂਡ ਆਫ ਦਾ ਡੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਕੈਨੇਡਾ ਨੂੰ ਛੱਡ ਕੇ ਚਲੇ ਜਾਓ,
ਹੁਣ ਇਸ ਤੋਂ ਬਾਅਦ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਕੋਲ ਡਾਇਰੈਕਟਲੀ ਕੋਈ ਐਪਲੀਕੇਸ਼ਨ ਤੇ ਲੱਗ ਨਹੀਂ ਸਕਦੀ ਰਹਿਮ ਦੀ, ਰੀਕਨਸੀਡਰੇਸ਼ਨ ਦੀ, ਕਿਉਂਕਿ ਡਿਪੋਰਟੇਸ਼ਨ ਆਰਡਰ ਤੋਂ ਬਾਅਦ ਸਮਾਂ ਬੜਾ ਘੱਟ ਹੁੰਦਾ ਆ ਤੁਹਾਨੂੰ ਇੱਥੇ ਰਹਿਣ ਲਈ। ਹੁਣ ਉਹਨਾਂ ਨੂੰ ਜੁਡੀਸ਼ੀਅਲ ਰਿਵਿਊ ਦੇ ਵਿੱਚ ਜਾਣਾ ਪਏਗਾ, ਉਹਦੇ ਵਾਸਤੇ ਲਾਇਰਸ ਕਰਨੇ ਪੈਣਗੇ। 700 ਦਾ ਅੰਕੜਾ ਬਹੁਤ ਵੱਡਾ ਆ। ਸੋ ਇਸ ਕਰਕੇ ਹੁਣ ਜਿਹੜੀ ਚੀਜ਼ ਹੱਥ 'ਚ ਰਹੇਗੀ ਉਹਨਾਂ ਦੇ, ਉਹ ਰਹੇਗੀ ਅਦਾਲਤ ਦੇ ਡਿਸੀਜਨ ਤੇ ਅਦਾਲਤਾਂ ਦੇ ਵਿੱਚ ਡਿਸੀਜਨ ਹੋਣ ਨੂੰ ਵੀ ਕੋਈ 10 ਦਿਨ ਜਾਂ ਹਫ਼ਤਾ ਨਹੀਂ ਲੱਗਣਾ, ਉਹਨੂੰ ਮਹੀਨਿਆਂ ਬੱਧੀ ਸਮਾਂ ਲੱਗੇਗਾ। ਅਦਾਲਤ ਨੇ ਇੰਨੇ ਵੱਡੇ ਅੰਕੜੇ ਦੇ ਕੇਸ ਸੁਣਨੇ ਨੇ, ਹੁਣ ਉੱਥੇ ਕੱਲੀ ਸੁਣਵਾਈ ਨਹੀਂ ਹੋਏਗੀ, ਉੱਥੇ ਡਾਕੂਮੈਂਟੇਸ਼ਨ, ਗਵਾਹੀਆਂ, ਬੜਾ ਕੁਝ ਕਰਨਾ ਪਏਗਾ। ਸੋ ਹੁਣ ਅਗਰ ਤਾਂ ਕੋਈ ਹੋਰ ਇੱਕ ਸਮੂਹ ਦੇ ਰੂਪ ਦੇ ਵਿੱਚ ਕਮਿਊਨਿਟੀ ਦੇ ਲੀਡਰਸ, MP ਸਾਹਿਬਾਨ, ਹੋਰ ਜਿਹੜੇ ਸੰਬੰਧਤ ਧਿਰਾਂ ਇਸ ਚੀਜ਼ ਨੂੰ ਇੰਪੈਕਟ ਪਾ ਸਕਦੀਆਂ ਨੇ, ਸਾਰੇ ਇਕੱਠੇ ਹੋ ਕੇ ਅਗਰ ਇਹ ਚੀਜ਼ ਆਵਾਜ਼ ਉਠਾਉਣਗੇ ਤਾਂ ਫਿਰ ਸ਼ਾਇਦ ਕੋਈ ਚੀਜ਼ ਦਾ ਅਸਰ ਹੋ ਸਕਦਾ ਹੈ। ਅਦਰਵਾਈਜ਼ ਇਸ ਵੇਲੇ ਇਹਦਾ ਇਹ ਕਹਿਣਾ ਕਿ ਉਹ ਚਲੇ ਜਾਣਗੇ, ਹਾਂ ਜਾਣ ਦੇ ਬਹੁਤ ਨੇੜੇ ਨੇ, ਪਰ ਕੀ ਉਹ 10 ਦਿਨ 'ਚ 2 ਦਿਨ 'ਚ ਚਲੇ ਜਾਣਗੇ? ਏਦਾਂ ਨਹੀਂ ਹੈਗੀ। ਉਹ ਵੀ ਨੈਚੁਰਲੀ ਜਿਨ੍ਹਾਂ ਦੇ ਉੱਤੇ ਮੁਸੀਬਤ ਪਈ ਆ, ਉਹ ਵੀ ਇਸ ਵੇਲੇ ਕਿਹੜਾ ਉਹਨਾਂ ਨੂੰ ਨੀਂਦ ਆਉਂਦੀ ਆ, ਉਹ ਵੀ ਕੋਈ ਨਾ ਕੋਈ ਚਾਰਾਜੋਈ 'ਚ ਲੱਗੇ ਹੋਏ ਨੇ, ਤੇ ਚਾਰਾਜੋਈ ਅਦਾਲਤਾਂ ਦੇ ਥਰੂ ਹੋਣੀ ਆ। ਸੋ ਰੁਕਣਗੇ, ਅਦਾਲਤਾਂ ਦਾ ਇੰਤਜ਼ਾਰ ਕਰਨਗੇ, ਤੇ ਸਾਡੀਆਂ ਤੇ ਆਪ ਦੀਆਂ ਸਾਡੀਆਂ ਦੁਆਵਾਂ ਇਹੀ ਨੇ ਕਿ ਅਦਾਲਤਾਂ ਉਹਨਾਂ ਦੇ ਫੇਵਰ ਦੇ ਵਿੱਚ ਖੜਨ। ਜਸਵੀਰ ਸਿੰਘ, ਹੁਣ ਇਹ ਦੱਸਿਓ ਕਿ ਮਿਸ ਰੀਪ੍ਰੈਜ਼ੈਂਟੇਸ਼ਨ ਜਿਸ ਦਾ ਤੁਸੀਂ ਜ਼ਿਕਰ ਕੀਤਾ ਹੈ, ਜੇਕਰ ਆਮ ਤੌਰ ਤੇ ਕਿਸੇ ਵਿਅਕਤੀ ਤੇ ਜਿਹੜਾ ਵਿਦੇਸ਼ ਦੀ ਧਰਤੀ ਤੋਂ ਇੱਥੇ ਆਇਆ ਹੈ, ਉਹਦੇ ਤੇ ਮਿਸ ਰੀਪ੍ਰੈਜ਼ੈਂਟੇਸ਼ਨ ਲੱਗ ਜੇ, ਉਹਦੇ ਕਿੰਨੇ ਚਾਂਸ ਹੁੰਦੇ ਆ ਜੀ ਕੈਨੇਡਾ ਵਿੱਚ ਰਹਿਣ ਦੇ ਜਾਂ ਦੇਸ਼ ਨਿਕਾਲੇ? ਜ਼ਿਆਦਾਤਰ ਜੇ ਅਸੀਂ ਪਰਸੈਂਟੇਜ ਵਾਈਜ਼ ਦੇਖਦੇ ਹਾਂ, ਮਿਸ ਰਿਪਰੈਜ਼ੈਂਟੇਸ਼ਨ ਵੀ ਡਿਪੈਂਡ ਕਰਦੀ ਹੈ ਕਿਹੜੇ ਲੈਵਲ ਤੇ ਆ। ਪਰ ਮੰਨ ਲਓ ਕਿ ਜਿਹੜੇ ਵੀ ਲੈਵਲ ਤੇ ਆ, ਕੁਛ ਨਾ ਕੁਛ ਤਾਂ ਗਲਤ ਪਾਇਆ ਗਿਆ, ਝੂਠਾ ਪਾਇਆ ਗਿਆ। ਮੇਰੀ ਬੈਂਕ 'ਚ ਲੱਖ ਰੁਪਈਆ ਸੀ, ਮੈਂ ਜ਼ੀਰੋਆਂ ਲਗਾ ਕੇ 10 ਲੱਖ ਕਰ ਲਿਆ। ਮੇਰਾ ਕੋਈ ਹੋਰ ਡਾਕੂਮੈਂਟ ਕੋਈ ਫੌਰਜ, ਨਕਲੀ ਹੋ ਸਕਦਾ ਆ। ਸੋ ਜੇ ਐਸੀ ਚੀਜ਼ ਪਾਈ ਜਾਂਦੀ ਆ ਤਾਂ ਨਾਰਮਲੀ ਇਹਦੇ ਵਿੱਚ ਚਾਂਸਸ ਜਿਹੜੇ ਆ ਉਹ ਕੈਨੇਡਾ ਰਹਿਣ ਦੇ ਨਹੀਂ ਹੁੰਦੇ। ਹਰ ਹੀਲੇ ਉਹ ਤੁਹਾਨੂੰ ਵਾਪਸ ਹੀ ਭੇਜ ਦਿੰਦੇ ਨੇ, ਜਿੱਥੇ ਉਹਨਾਂ ਨੂੰ ਇਹ ਯਕੀਨ ਹੋ ਜਾਂਦਾ ਆ ਕਿ ਤੁਸੀਂ ਇਸ ਮਿਸ ਰਿਪਰੈਜ਼ੈਂਟੇਸ਼ਨ ਦੇ ਵਿੱਚ ਡਾਇਰੈਕਟਲੀ ਇਨਵੋਲਵ ਸੀਗੇ। ਤੁਸੀਂ ਇਹ ਰਿਪਰੈਜ਼ੈਂਟੇਸ਼ਨ, ਜਿਹੜੀ ਮਿਸ ਰਿਪਰੈਜ਼ੈਂਟੇਸ਼ਨ ਹੈ, ਇਹ ਨੋਇੰਗਲੀ ਕੀਤੀ ਆ, ਜਾਣ ਬੁੱਝ ਕੇ ਕੀਤੀ ਆ। ਹੁਣ ਉੱਥੇ ਜਿਹੜਾ ਸਾਰੀ ਜ਼ਿੰਮੇਵਾਰੀ ਆ ਉਹ ਐਪਲੀਕਾਂਟ ਤੇ ਆ ਜਾਂਦੀ ਆ, ਉਹ ਇਹ ਸਾਬਤ ਕਰੇ ਕਿ ਇਹ ਮੇਰੇ ਹੱਥ ਵੱਸ ਨਹੀਂ ਸੀ, ਮੈਂ ਇਹਦਾ ਵਿਕਟਮ ਆ। ਉਹਨੂੰ ਬੜੀ ਲੰਬੀ ਚੌੜੀ ਐਕਸਪਲੇਨੇਸ਼ਨ, ਡਾਕੂਮੈਂਟਸ, ਪੂਰਾ ਜੱਜ ਸਾਹਿਬਾਨ ਨੂੰ ਕਨਵਿੰਸ ਕਰਨਾ ਪਏਗਾ ਕਿ ਮੇਰਾ ਰੋਲ, ਬੇਸ਼ੱਕ ਐਪਲੀਕੇਸ਼ਨ ਮੇਰੀ ਆ, ਪਰ ਮੇਰਾ ਇਹਦੇ ਵਿੱਚ ਰੋਲ ਇਹਨਾਂ ਹਾਲਾਤਾਂ ਦੀ ਵਜ੍ਹਾ ਕਰਕੇ ਸਿਰਫ ਇੰਨਾ ਹੀ ਸੀ ਕਿ ਮੈਂ ਡਾਕੂਮੈਂਟਸ ਦਿੱਤੇ, ਮੇਰੇ ਤੋਂ ਜੋ ਜੋ ਮੰਗਿਆ ਜਾਂਦਾ ਰਿਹਾ, ਮੈਂ ਫੀਸ ਮੰਗੀ, ਪਾਸਪੋਰਟ ਮੰਗੀ, ਫੋਟੋਜ਼ ਮੰਗੀ, ਫਾਈਨੈਂਸ਼ੀਅਲ ਡਾਕੂਮੈਂਟਸ ਮੰਗੇ, ਆਈਲੈਟਸ ਸਰਟੀਫਿਕੇਟ ਮੰਗਿਆ, ਮੈਂ ਉਹ ਸਾਰੇ ਪ੍ਰੋਵਾਈਡ ਕਰਵਾ ਦਿੱਤੇ। ਹੁਣ ਉਹਨਾਂ ਦੇਸ਼ਾਂ ਦੇ ਵਿੱਚ ਸਾਨੂੰ ਡਿਪੈਂਡ ਰਹਿਣਾ ਪੈਂਦਾ ਹੈ ਕਿਸੇ ਨਾ ਕਿਸੇ ਏਜੰਟ, ਕਿਸੇ ਨਾ ਕਿਸੇ ਰੈਪ ਤੇ, ਜਿਹੜਾ ਕਾਲਜ ਤੋਂ ਐਡਮਿਸ਼ਨ ਲੈਟਰ ਮੰਗਵਾ ਕੇ ਦਿੰਦੇ ਨੇ। ਹੁਣ ਅਗਰ ਇਹ ਚੀਜ਼ਾਂ ਕੋਈ ਵੀ ਐਪਲੀਕੇਸ਼ਨ ਦੇ ਵਿੱਚ ਸਾਬਤ ਕਰਨ 'ਚ ਕਾਮਯਾਬ ਹੋ ਜਾਂਦਾ ਆ ਕਿ ਇਹ ਮੇਰਾ ਨਹੀਂ, ਮੇਰੇ ਲਈ ਕਿਸੇ ਨੇ ਕੀਤਾ ਆ ਤੇ ਉਹਨੇ ਇਹ ਜਾਣ ਬੁੱਝ ਕੇ ਮੈਨੂੰ ਵਿਕਟਮ ਬਣਾਇਆ, ਤਾਂ ਫਿਰ ਕਹਿ ਸਕਦੇ ਆ ਕਿ ਥੋੜੇ ਬਹੁਤੇ ਚਾਂਸਸ ਹੋ ਜਾਂਦੇ ਨੇ, ਪਰ ਬਹੁਤ ਜ਼ਿਆਦਾ ਔਖਾ ਆ। ਕੋਈ ਇੰਨਾ ਜ਼ਿਆਦਾ ਸੌਖਾ ਨਹੀਂ ਆ ਜੱਜ ਸਾਹਿਬ ਨੂੰ ਕਨਵਿੰਸ ਕਰਨਾ, ਕਿਉਂਕਿ ਜੱਜ ਸਾਹਿਬਾਨ ਨੇ ਵੀ ਫੈਸਲਾ ਦੇਣ ਵੇਲੇ ਇਹ ਸੋਚਣਾ ਹੁੰਦਾ ਹੈ ਕਿ ਅਸੀਂ ਕੋਈ ਗਲਤ ਐਗਜ਼ਾਮਪਲ ਸੈੱਟ ਤਾਂ ਨਹੀਂ ਕਰ ਰਹੇ, ਕਿ ਅਸੀਂ ਕੋਈ ਐਸਾ ਫੈਸਲਾ ਦੇ ਕੇ ਇਸ ਤੇ ਪਿੱਛੇ ਲੈਣ ਲੱਗੀ ਹੋਈ ਆ ਜਿਹੜੀ ਐਪਲੀਕੇਸ਼ਨਾਂ ਦੀ, ਜਿੱਥੇ ਕਿਸੇ ਨੇ ਜਾਣਬੁੱਝ ਕੇ ਵੀ ਖੱਜਲ ਖਰਾਬੀ ਕੀਤੀ ਆ, ਮਿਸ ਰਿਪਰੈਜ਼ੈਂਟੇਸ਼ਨ ਕੀਤੀ ਆ, ਗਲਤ ਡਾਕੂਮੈਂਟਸ ਲਗਾਏ ਹੋਏ ਆ, ਕਿ ਉਹ ਲੋਕ ਵੀ ਸਾਡੀ ਇਸ ਵਰਡਿਕਟ ਦਾ ਸਹਾਰਾ ਲੈ ਕੇ ਅੱਗੇ ਵਾਲੇ ਕੇਸਾਂ ਦੇ ਵਿੱਚ ਸਾਨੂੰ ਤਾਂ ਨਹੀਂ ਕਹਿਣਗੇ ਇੱਥੇ ਵੀ ਏਦਾਂ ਹੀ ਕਰੋ। ਸੋ ਇਹ ਬਹੁਤ ਕੰਪਲਿਕੇਟਡ ਹੋ ਜਾਂਦਾ, ਕਿਉਂਕਿ ਘੱਟੋ ਘੱਟ 3.5 ਲੱਖ ਦੇ ਨੇੜ ਤੇੜ ਹਰ ਸਾਲ ਕੈਨੇਡਾ ਦੇ ਵਿੱਚ ਲੋਕ ਵੱਖ-ਵੱਖ ਮੁਲਕਾਂ ਤੋਂ ਆਉਂਦੇ ਆ, ਤਕਰੀਬਨ ਆਪਾਂ ਜੇ ਫਿਗਰ ਲਾਈਏ। ਇਹਦਾ ਮਤਲਬ ਸਾਰੀ ਉਹ ਡਾਕੂਮੈਂਟ ਪੇਸ਼ ਕਰਦੇ ਆ, ਇਸ ਤਰ੍ਹਾਂ ਐਪਲੀਕੇਸ਼ਨ ਚਲਾਉਂਦੇ ਆ, ਭਾਵੇਂ ਕੋਈ ਆਪ ਭਰਦਾ, ਭਾਵੇਂ ਕੋਈ ਉਹਨਾਂ ਦਾ ਕੰਸਲਟੈਂਟ ਜਾਂ ਰਿਪਰੈਜ਼ੈਂਟੇਟਿਵ ਹੁੰਦਾ। ਜਿਸ ਗੱਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਗੱਲ ਸਹੇ ਦੀ ਨਹੀਂ, ਗੱਲ ਪੈਸੇ ਦੀ ਆ, ਉਹਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਲਿਆ ਜਾਊਗਾ। ਹੁਣ ਜੇ ਮੰਨ ਲਓ ਕਮਿਊਨਿਟੀ ਦਾ ਪ੍ਰੈਸ਼ਰ ਪੈ ਗਿਆ, ਵਿਦਿਆਰਥੀ ਇਸ ਗੱਲ ਦੇ ਉੱਤੇ ਆ ਕੇ ਅੜ ਗਏ ਕਿ ਦੇਖੋ ਜੀ ਇੱਕ ਬੰਦਾ ਜਾਣ ਬੁੱਝ ਕੇ ਕਰ ਸਕਦਾ, ਇਹਦਾ ਮਤਲਬ ਇਹ ਗੱਲ ਸਾਬਤ ਹੁੰਦੀ ਆ ਕਿ ਉਸ ਏਜੰਟ ਨੇ ਜਾਂ ਏਜੰਸੀ ਨੇ ਸਾਨੂੰ ਧੋਖੇ ਵਿੱਚ ਰੱਖਿਆ, ਅਸੀਂ ਤਾਂ ਵਿਕਟਮ ਆ, ਅਸੀਂ ਤਾਂ ਦੋਖੀ ਆ ਇਸ ਚੀਜ਼ ਦੇ, ਅਸੀਂ ਤਾਂ ਫਸੇ ਹੋਏ ਆ, ਸਾਡਾ ਇਹ 'ਚ ਕਸੂਰ 1% ਵੀ ਨਹੀਂ। ਪਰ ਇੰਨੇ ਵੱਡੇ ਗਰੁੱਪ ਨੂੰ 700 ਵਿਦਿਆਰਥਣਾਂ ਨੂੰ ਪੱਕਾ ਕਰਨ ਦੇ ਵਿੱਚ ਜਾਂ ਉਹਨਾਂ ਦੀ ਐਪਲੀਕੇਸ਼ਨ ਮੰਨਣ ਦੇ ਵਿੱਚ ਉਹ ਗੱਲ ਸਹੇ ਤੇ ਪੈਸੇ ਵਾਲੇ ਨੂੰ ਧਿਆਨ ਵਿੱਚ ਤੁਹਾਡੇ ਕਹਿਣ ਦੇ ਅਨੁਸਾਰ ਜੱਜ ਸਾਹਿਬ ਜ਼ਰੂਰ ਰੱਖੂ
ਕਿ ਕੱਲ ਨੂੰ 3.5 ਲੱਖ ਦੇ ਵਿੱਚੋਂ ਜੇ 50,000 ਇਸ ਤਰ੍ਹਾਂ ਦੀਆਂ ਐਪਲੀਕੇਸ਼ਨ ਹੋਰ ਨਿਕਲ ਆਈਆਂ, ਫਿਰ ਇਸ ਫੈਸਲੇ ਨੂੰ ਮੱਦੇਨਜ਼ਰ ਰੱਖ ਕੇ ਉਹਨਾਂ ਦੇ ਕੈਨੇਡਾ ਵਿੱਚ ਪੱਕੇ ਹੋਣ ਦੇ ਜਾਂ ਰਹਿਣ ਦੇ ਆਸਾਰ ਬਣ ਜਾਇਆ ਕਰਨਗੇ ਜੀ। ਦੇਖੋ ਹੁਣ ਉਹਦੇ ਵਿੱਚੋਂ ਜਿਹੜਾ ਉਹ 700 ਸਟੂਡੈਂਟ ਹੈਗਾ ਆ, ਉਹਨਾਂ ਦੇ ਵਿੱਚੋਂ ਬਹੁਤ ਸਾਰਿਆਂ ਨੇ ਬਹੁਤ ਸਾਰੀਆਂ ਸਲਾਹਾਂ ਲੈਣੀਆਂ ਨੇ। ਉਹਨਾਂ ਦੇ ਵਿੱਚੋਂ ਬਹੁਤ ਸਾਰਿਆਂ ਨੂੰ ਇਹ ਵੀ ਸਲਾਹਾਂ ਮਿਲਣੀਆਂ ਨੇ ਕਿ ਹੁਣ ਤੁਸੀਂ ਰਿਫਿਊਜੀ ਕਰ ਦਿਓ। ਹੁਣ ਰਿਫਿਊਜੀ ਇੱਕ ਆਪਸ਼ਨ ਹੈਗੀ, ਕਈਆਂ ਨੇ ਉਧਰ ਨੂੰ ਚਲੇ ਜਾਣਾ। ਕੁਝ ਲੋਕ ਵਿਆਹ ਵਾਲੇ ਪਾਸੇ ਤੁਰਨਗੇ, ਕੁਝ ਲੋਕ ਉਸ ਦੇ ਜੁਡੀਸ਼ੀਅਲ ਰਿਵਿਊ ਦੇ ਪਾਸੇ ਜਾਣਗੇ। ਹੁਣ ਜੱਜ ਸਾਹਿਬਾਨ ਦੇ ਕੋਲ ਜਿਹੜੀ ਇਸ ਕੇਸ ਦੇ ਖਿਲਾਫ ਪਟੀਸ਼ਨ ਜਾਏਗੀ, ਉਹ ਨੈਚੁਰਲੀ ਹੋ ਸਕਦਾ ਸਿੰਗਲ ਪਰਸਨ ਦੀ ਨਾ ਜਾਵੇ, ਗਰੁੱਪ ਲਾਅ ਸੂਟ ਦੇ ਗਰੁੱਪ ਜੁਡੀਸ਼ੀਅਲ ਰਿਵਿਊ ਦੇ ਵਿੱਚ ਜਾਵੇ। ਸੋ ਉੱਥੇ ਜੱਜ ਸਾਹਿਬਾਨ ਅਗਰ ਇਸ ਚੀਜ਼ ਤੋਂ ਕਰੋ, ਕਿਉਂਕਿ ਉਹਨਾਂ ਨੇ ਇਹ ਵੀ ਦੇਖਣਗੇ ਕਿ ਡਿਪਾਰਟਮੈਂਟ ਕਿਹੜੇ ਸਟੈਪ ਤੇ ਇਨਵੋਲਵ ਸੀ, ਡਿਪਾਰਟਮੈਂਟ ਨੇ ਕਿਹੜੇ ਸਟੈਪ ਤੇ ਇਹ ਚੀਜ਼ਾਂ ਨਹੀਂ ਕੀਤੀਆਂ। ਕਿਉਂਕਿ ਜੋ ਅਸੀਂ ਨਿਊਜ਼ ਦੇ ਵਿੱਚ ਦੇਖ ਰਹੇ ਹਾਂ, ਜਦੋਂ ਵੀ ਉਹ ਸਟੂਡੈਂਟ ਇਹ 700 ਦੇ ਵਿੱਚੋਂ ਜਦੋਂ ਕੋਈ ਵੀ ਸਟੂਡੈਂਟ ਕੈਨੇਡਾ ਪਹੁੰਚਦਾ ਸੀ ਤਾਂ ਉਹਦਾ ਏਜੰਟ ਜਿਹੜਾ ਦਾ ਨਾਮ ਉੱਥੇ ਬਰਜੇਸ਼ ਮਿਸ਼ਰਾ ਸ਼ਾਇਦ ਕੁਛ ਆ ਰਿਹਾ ਨਿਊਜ਼ ਦੇ ਵਿੱਚ, ਉਹ ਇਹਨਾਂ ਨੂੰ ਕਾਲ ਕਰ ਦਿੰਦਾ ਸੀ ਬਹੁਤਿਆਂ ਨੂੰ ਕਿ ਤੁਸੀਂ ਜਿਹੜੇ ਕਾਲਜ ਵਿੱਚ ਮੈਂ ਤੁਹਾਡੀ ਐਡਮਿਸ਼ਨ ਕਰਵਾਈ ਆ, ਤੁਸੀਂ ਇੱਥੇ ਨਾ ਜਾਇਓ, ਇੱਥੇ ਸੀਟਾਂ ਫੁੱਲ ਹੋ ਗਈਆਂ ਨੇ, ਮੈਂ ਤੁਹਾਨੂੰ ਕਿਸੇ ਹੋਰ ਕਾਲਜ ਦੇ ਵਿੱਚ ਐਡਮਿਸ਼ਨ ਦਵਾ ਰਿਹਾ ਆ। ਹੁਣ ਉਹ ਸਟੂਡੈਂਟਸ ਨੂੰ ਤਾਂ ਬਿਲਕੁਲ ਵੀ ਇਹਦਾ ਇਲਮ ਨਹੀਂ ਹੁੰਦਾ, ਅਗਲੇ ਦੇ ਬੜੀ ਮੁਸ਼ਕਲ ਨਾਲ ਪਹੁੰਚੇ ਹੁੰਦੇ ਨੇ। ਸੋ ਉਹਨਾਂ ਨੇ ਉੱਥੇ ਕਾਲਜ ਜਾਣ ਦੀ ਬਜਾਏ ਉਹ ਉਹਦੇ ਦੱਸੇ ਹੋਏ ਦੂਜੇ ਕਾਲਜ ਵਿੱਚ ਚਲੇ ਜਾਂਦੇ ਸੀਗੇ ਜਿੱਥੇ ਉਹ ਐਡਮਿਸ਼ਨ ਕਰਵਾ ਦਿੰਦਾ ਸੀਗਾ। ਸੋ ਦੈਟ ਮੀਨਸ ਕਿ ਉਹ ਆਪ ਦੀਆਂ ਜਿਹੜੀਆਂ ਫੀਸਾਂ ਇਹਨਾਂ ਨੇ ਉਸ ਵਧੀਆ ਕਾਲਜ ਵਾਸਤੇ ਦਿੱਤੀਆਂ ਹੋਣਗੀਆਂ, ਉਹਨਾਂ ਦੇ ਵਿੱਚੋਂ ਵੀ ਹਿੱਸਾ ਰੱਖ ਗਿਆ, ਉਹ ਵੀ ਖਾ ਪੀ ਗਿਆ, ਦੂਸਰੇ ਕਿਸੇ ਕਾਲਜ ਦੇ ਵਿੱਚ ਚਲੇ ਜਾਂਦੇ ਸੀਗੇ। ਹੁਣ ਕਾਲਜ ਦੇ ਵਿੱਚ ਤਾਂ ਉਹ ਚਲੇ ਗਏ, ਉਹਨਾਂ ਨੂੰ ਦੇ ਆਰ ਨਾਟ ਅਵੇਅਰ ਆਫ ਇਟ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਕਿ ਕੀ ਹੋ ਰਿਹਾ। ਠੀਕ ਹੈ, ਸੀਟਾਂ ਫੁੱਲ ਹੋ ਗਈਆਂ, ਅਸੀਂ ਦੂਜੇ ਕਾਲਜ ਵਿੱਚ ਪੜ੍ਹਾਈ ਕਰ ਲੈਂਦੇ ਹਾਂ, ਕਿਉਂਕਿ ਕੈਨੇਡਾ ਦਾ ਸਟੱਡੀ ਪਰਮਿਟ ਤੇ ਓਪਨ ਹੁੰਦਾ, ਤੁਸੀਂ ਕਿਸੇ ਵੀ ਕਾਲਜ ਵਿੱਚ ਜਾ ਸਕਦੇ ਹੋ। ਤੁਹਾਨੂੰ ਨਵੀਂ ਐਡਮਿਸ਼ਨ ਲੈਟਰ ਹੀ ਲੈਣੀ ਆ, ਵੀਜ਼ਾ ਤੇ ਅਪਲਾਈ ਵਰਕ ਪਰਮਿਟ ਸਟੱਡੀ ਪਰਮਿਟ ਤੇ ਦੁਬਾਰਾ ਕਰਨਾ ਹੀ ਨਹੀਂ ਹੈਗਾ। ਸੋ ਗੱਲ ਤਾਂ ਇਹ ਹੈ ਕਿ ਉਹਨਾਂ ਨੇ ਆਪਣੀ 2 ਸਾਲ ਦੀ ਪੜ੍ਹਾਈ ਤੇ ਪੂਰੀ ਕਰ ਲਈ। ਪੜ੍ਹਾਈ ਪੂਰੀ ਤਾਂ ਹੀ ਕੀਤੀ ਜੇ ਉਹ ਕੁਆਲੀਫਾਈਡ, ਜੇ ਉਹ ਅੱਛੇ ਸਟੂਡੈਂਟ ਸੀਗੇ। ਜੇ ਮਾੜੇ ਹੁੰਦੇ ਤਾਂ ਉਹਨਾਂ ਤੋਂ ਪੜ੍ਹਾਈ ਨਹੀਂ ਸੀ ਪੂਰੀ ਕਰ ਹੋਣੀ। ਉਸ ਤੋਂ ਬਾਅਦ ਵਰਕ ਪਰਮਿਟ ਵੀ ਲੈ ਲਿਆ। ਵਰਕ ਪਰਮਿਟ ਤਾਂ ਮਿਲਿਆ ਜੇ ਉਹ ਉਸ ਤੋਂ ਬਾਅਦ ਕਿਸੇ ਵਧੀਆ ਕਾਲਜ ਵਿੱਚ ਟ੍ਰਾਂਸਫਰ ਹੋਏ ਨੇ। ਵਰਕ ਪਰਮਿਟ ਲੈਣ ਤੋਂ ਬਾਅਦ ਇਹ ਵੀ ਕਰ ਲਿਆ, ਵਰਕ ਐਕਸਪੀਰੀਅੰਸ ਵੀ ਕਰ ਲਿਆ। ਹੁਣ ਜਿਹੜੇ ਲੈਵਲ ਤੇ ਜਾ ਕੇ ਇਹ ਚੀਜ਼ ਵਾਪਰੀ ਆ, ਜੇ ਇਹ ਪਹਿਲੇ ਸਟੈਪ ਤੇ ਦਿੱਲੀ ਦੇ ਵਿੱਚ ਹੀ ਫੜੀ ਜਾਂਦੀ ਤਾਂ ਇਹਨਾਂ ਦੀ ਕੋਈ ਖੱਜਲ ਖਰਾਬੀ ਨਹੀਂ ਸੀ ਹੋਣੀ। ਉਹ ਕੰਪਨੀ, ਉਹ ਫਰਾਡਸਟਰ ਵੀ ਉਸੇ ਟਾਈਮ ਤੇ ਸ਼ਾਇਦ ਫੜਿਆ ਜਾਂਦਾ ਜਾਂ ਲੋਕੀ ਉਹਦੇ ਤੋਂ ਕਿਨਾਰਾ ਕਰ ਲੈਂਦੇ। ਜਿਹੜੇ ਸਟੇਜ ਤੇ ਜਾ ਕੇ ਜਿੰਨਾ ਸਮਾਂ ਲੰਘਣ ਤੋਂ ਬਾਅਦ ਇਹ ਚੀਜ਼ ਹਾਈਲਾਈਟ ਹੋਈ ਆ, ਇਹਦੇ ਵਿੱਚ ਇਮੀਗ੍ਰੇਸ਼ਨ ਡਿਪਾਰਟਮੈਂਟ ਕੋਈ ਨਜ਼ਰਸਾਨੀ ਕਰੇ, ਕੋਈ ਪਬਲਿਕ ਪਾਲਿਸੀ ਕਰੇ, ਕੋਈ ਹਮਦਰਦੀ ਭਰਿਆ ਵਤੀਰਾ ਰੱਖੇ, ਤਾਂ ਹੀ ਉਹਨਾਂ ਦਾ ਛੁਟਕਾਰਾ ਹੋਣਾ। ਰਾਹੁਲ ਭਾਰਗਵ ਹੈ ਜੀ ਉਹ ਵਿਅਕਤੀ ਜਿਹਨੇ ਇਹਨਾਂ ਨਾਲ ਧੋਖਾ ਕੀਤਾ, ਧੋਖਾਧੜੀ ਕੀਤੀ ਹੈ। ਹੁਣ ਮੈਨੂੰ ਇਹ ਦੱਸਿਓ, ਆ ਜਿਹੜੀਆਂ ਆਪਸ਼ਨ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕੋਈ ਵਿਆਹ ਕਰਾਊ, ਕੋਈ ਰਿਫਿਊਜੀ ਅਪਲਾਈ ਕਰੂ ਤੇ ਕੋਈ ਹੋਰ ਪਾਪੜ ਵੇਲੂ, ਕੀ ਮਿਸ ਰੀਪ੍ਰੈਜ਼ੈਂਟੇਸ਼ਨ ਫਿਰ ਉਦੋਂ ਲਾਂਭੇ ਹੋ ਜੂਗੀ ਜੀ? ਕਿਉਂਕਿ ਕੈਨੇਡਾ 'ਚ ਆਉਣ ਦਾ ਆਧਾਰ ਕੀ ਸੀ? ਉਹ ਤਾਂ ਫੇਕ ਡਾਕੂਮੈਂਟ ਨੇ। ਭਾਵੇਂ ਤੁਸੀਂ ਇੱਥੇ ਰਿਫਿਊਜੀ ਦੇ ਤੌਰ ਤੇ ਅਪਲਾਈ ਕਰ ਦਿੱਤਾ, ਭਾਵੇਂ ਤੁਸੀਂ ਵਿਆਹ ਕਰਵਾਉਣ ਵਾਸਤੇ ਕੋਈ ਲੜਕਾ ਜਾਂ ਲੜਕੀ ਲੱਭ ਲਈ, ਕਿ ਫਿਰ ਇਹ ਤਲਵਾਰ ਲਟਕਣੋਂ ਹਟ ਜੂਗੀ ਜੀ? ਨਹੀਂ ਜੀ, ਇਹ ਤਲਵਾਰ ਨਹੀਂ ਲਟਕਣੀ ਹਟਣੀ, ਕਿਉਂਕਿ ਜਿਹੜੀ ਮਿਸ ਰਿਪ੍ਰੈਜ਼ੈਂਟੇਸ਼ਨ ਲੱਗੀ ਆ ਉਹ ਇਮੀਗ੍ਰੇਸ਼ਨ ਲੈਣ ਦੇ ਵਿੱਚ 100% ਇੱਕ ਸਮੱਸਿਆ ਰਹੇਗੀ। ਪਰ ਹੁਣ ਗੱਲ ਇਹ ਆ ਕਿ ਬਹੁਤਿਆਂ ਲਈ ਸਿਚੁਏਸ਼ਨ ਇਹ ਆ, ਮਰਦਾ ਕੀ ਨਾ ਕਰਦਾ। ਸਿਚੁਏਸ਼ਨ ਇਹ ਆ ਕਿ ਮਾਂ-ਬਾਪ ਨੇ ਬੜੀ ਮੁਸ਼ਕਲ ਦੇ ਨਾਲ ਭੇਜੇ ਨੇ, ਬੜਾ ਪੈਸਾ ਲੱਗ ਗਿਆ, ਬੜੀ ਇਨਵੈਸਟਮੈਂਟ ਹੋ ਗਈ। ਉਸ ਤੋਂ ਬਾਅਦ ਇਹ ਸਿਚੁਏਸ਼ਨ ਜਿਹਦੇ ਤੇ ਪੈਂਦੀ ਆ, ਫਿਰ ਉਹ ਦੇਖੇਗਾ ਕਿ ਮੈਂ ਕਿਸੇ ਤਰੀਕੇ ਨਾਲ ਕੁਛ ਨਾ ਕੁਛ ਤਾਂ ਕਰਾਂ। ਸਾਨੂੰ ਪਤਾ ਹੈ ਕਿ ਜਦੋਂ ਉਹ ਭੀੜਾਂ ਪੈਣੀਆਂ ਆ ਤਾਂ ਫਿਰ ਸਾਰਿਆਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਆ, ਅਨਲੈਸ ਕੋਈ ਬੰਦਾ ਕਿਸੇ ਕਸਟਡੀ 'ਚ ਨਾ ਹੋਵੇ। ਇਹਦਾ ਮਤਲਬ ਅੱਜ ਆਪਾਂ ਇਹ ਆਖ ਸਕਦੇ ਹਾਂ ਕਿ ਉਹ ਤਲਵਾਰ ਹਾਲ ਦੀ ਘੜੀ ਲਟਕ ਰਹੀ ਹੈ ਤੇ ਉਹ ਆਰ ਵੀ ਹੋ ਸਕਦਾ ਤੇ ਉਹ ਪਾਰ ਵੀ ਹੋ ਸਕਦਾ। ਪਰ ਅੱਜ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਆਖ ਸਕਦੇ ਹਾਂ ਕਿ ਉਹਨਾਂ ਦਾ ਇਸ ਵਕਤ ਮੁਸ਼ਕਲ ਹੈ। ਅੱਗੇ ਕੀ ਹਾਲਾਤ ਬਣਦੇ ਨੇ ਉਹ ਸਮਾਂ ਦੱਸੂਗਾ। ਹਾਂ ਬਿਲਕੁਲ ਜੀ, ਅੱਗੇ ਦੇ ਹਾਲਾਤਾਂ ਦੇ ਵਿੱਚ ਤਾਂ ਜਿੱਥੇ ਵੀ ਕਿਤੇ ਕਿਸੇ ਦਾ ਵੀ ਕੋਈ ਯੋਗਦਾਨ ਪੈ ਸਕਦਾ ਆ, ਸਾਰਿਆਂ ਨੂੰ ਬੇਨਤੀ ਆ ਕਿ ਉਹ ਆਪਣਾ ਇਹਨਾਂ ਵਾਸਤੇ ਕੋਈ ਬਣਦਾ ਯੋਗਦਾਨ ਜਿੱਦਾਂ ਦੀ ਵੀ ਉਹਨਾਂ ਨੂੰ ਜ਼ਰੂਰਤ ਪੈਂਦੀ ਆ ਉਹ ਜ਼ਰੂਰ ਕਰਨੀ ਬਣਦੀ ਆ ਜੀ। ਹੁਣ ਮੈਨੂੰ ਇਹ ਦੱਸਿਓ, ਸਮੇਂ-ਸਮੇਂ ਤੇ ਇਮੀਗ੍ਰੇਸ਼ਨ ਵਿਭਾਗ ਦੇ ਵਿੱਚ ਬਹੁਤ ਸਾਰੇ ਨਵੀਆਂ ਅਨਾਉਂਸਮੈਂਟਸ, ਬਹੁਤ ਸਾਰੀਆਂ ਤਬਦੀਲੀਆਂ, ਖਾਸ ਕਰਕੇ ਵਰਕ ਪਰਮਿਟ ਨੂੰ ਲੈ ਕੇ ਕੋਈ ਤਾਜ਼ੀ ਅਨਾਉਂਸਮੈਂਟ ਹੋਈ ਹੈ ਜੀ? ਹਾਂ ਬਿਲਕੁਲ, ਇਹ ਬੜੀ ਖੁਸ਼ੀ ਵਾਲੀ ਗੱਲ ਹੈ। ਜਿੱਥੇ ਇਹ ਇੱਕ ਦੁਰਭਾਗੀ ਗੱਲ ਆਪਾਂ ਡਿਸਕਸ ਕੀਤੀ ਆ, ਉੱਥੇ ਇੱਕ ਖੁਸ਼ੀ ਵਾਲੀ ਗੱਲ ਵੀ ਅੱਜ ਡਿਸਕਸ ਕਰ ਲੈਣੀ ਚਾਹੀਦੀ ਆ। ਅੱਜ ਸ਼ੌਨ ਫਰੇਜ਼ਰ ਇਮੀਗ੍ਰੇਸ਼ਨ ਮਿਨਿਸਟਰ ਆਫ ਕੈਨੇਡਾ, ਉਹਨਾਂ ਨੇ ਇੱਕ ਬੜੀ ਅੱਛੀ ਅਨਾਉਂਸਮੈਂਟ ਕੀਤੀ ਆ, ਕਿਉਂਕਿ
ਲੱਖਾਂ ਸਟੂਡੈਂਟ ਹੈਗੇ ਆ ਜਿਨ੍ਹਾਂ ਦੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ 2023 ਦੇ ਇਸੇ ਮਹੀਨੇ ਕੋਈ ਬਹੁਤ ਸਾਰਿਆਂ ਦਾ ਕੁਝ ਦਿਨਾਂ ਜਾਂ ਕੁਝ ਮਹੀਨਿਆਂ ਦੇ ਵਿੱਚ ਖਤਮ ਹੋਣ ਜਾ ਰਿਹਾ ਆ। ਹੁਣ ਬੈਨੀਪਾਲ ਸਾਹਿਬ 3 ਸਾਲ ਦਾ ਓਪਨ ਪਰਮਿਟ ਹੁੰਦਾ ਆ ਨਾਰਮਲੀ 2 ਸਾਲ ਦੀ ਪੜ੍ਹਾਈ ਤੋਂ ਬਾਅਦ। 3 ਸਾਲ ਦੇ ਵਰਕ ਪਰਮਿਟ ਦੇ ਦੌਰਾਨ ਵੀ ਹਜੇ ਲੱਖਾਂ ਸਟੂਡੈਂਟ ਆ ਜਿਹੜੇ ਪੱਕੇ ਨਹੀਂ ਹੋ ਸਕੇ ਤੇ ਉਹਨਾਂ ਦੇ ਵਰਕ ਪਰਮਿਟ ਜਿਹੜੇ ਆ ਇਸ ਵੇਲੇ ਇਸ ਸਾਲ ਖਤਮ ਹੋ ਰਹੇ ਨੇ ਤੇ ਬਿਨਾਂ LMI ਤੋਂ ਐਕਸਟੈਂਡ ਕਰਾਉਣੇ ਉਹ ਪੋਸੀਬਲ ਨਹੀਂ ਆ ਉਹਨਾਂ ਦੇ ਵਾਸਤੇ ਜ਼ਿਆਦਾਤਰ। ਸੋ ਇਸ ਕਰਕੇ ਅੱਜ ਸ਼ੌਨ ਫਰੇਜ਼ਰ ਇਮੀਗ੍ਰੇਸ਼ਨ ਮਿਨਿਸਟਰ ਨੇ ਇਹ ਅਨਾਉਂਸਮੈਂਟ ਕੀਤੀ ਆ ਕਿ 6 ਅਪ੍ਰੈਲ 2023 ਤੋਂ ਬਾਅਦ 18 ਮਹੀਨੇ ਦੇ ਵਰਕ ਪਰਮਿਟ ਉਹਨਾਂ ਸਟੂਡੈਂਟਸ ਦੇ ਐਕਸਟੈਂਡ ਕਰ ਦਿੱਤੇ ਜਾਣਗੇ ਜਿਨ੍ਹਾਂ ਦੇ ਐਕਸਪਾਇਰ ਹੋ ਰਹੇ ਨੇ 2023 ਚ ਜਾਂ ਹੋ ਚੁੱਕੇ ਨੇ। ਉਹ ਵੀ ਇਹ 18 ਮਹੀਨੇ ਦੀ ਜਿਹੜੀ ਸਹੂਲਤ ਆ ਉਹ ਲੈ ਸਕਣਗੇ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਆ ਕਿ ਇਹ ਸਿਰਫ ਸਟੂਡੈਂਟਸ ਵਰਕ ਪਰਮਿਟ ਲਈ ਆ। ਅਗਰ ਕੋਈ ਸ਼ਖਸ ਕੈਨੇਡਾ ਦੇ ਵਿੱਚ LMI ਲੈ ਕੇ ਵਰਕ ਪਰਮਿਟ ਤੇ ਕੰਮ ਕਰ ਰਿਹਾ ਆ ਕਿਸੇ ਵੀ ਕੈਟਾਗਰੀ ਦੇ ਵਿੱਚ, ਉਹਦੇ ਵਾਸਤੇ ਇਹ ਅਨਾਉਂਸਮੈਂਟ ਨਹੀਂ ਹੋਈ। ਇਹ ਬਹੁਤ ਵਧੀਆ ਗੱਲ ਹੈ, ਤੁਸੀਂ ਡਿਫਾਈਨ ਕਰ ਦਿੱਤਾ। ਮੈਂ ਹਾਲੇ ਪੁੱਛਣ ਵਾਲਾ ਹੀ ਸੀ ਕਿ ਜਿਹੜਾ ਹੋਰ ਨੇ ਉਹਨਾਂ ਵਾਸਤੇ ਤਾਂ ਨਹੀਂ, ਖੈਰ ਤੁਸੀਂ ਕਲੀਅਰ ਕਰ ਦਿੱਤਾ। ਤੇ ਹੁਣ ਮੈਨੂੰ ਇਹ ਦੱਸਿਓ ਕਿ ਵਿਦਿਆਰਥੀਆਂ ਵਾਸਤੇ ਜਿੱਥੇ ਪਹਿਲਾਂ ਬਹੁਤ ਵੱਡੀ ਨਿਰਾਸ਼ਾ ਵਾਲੀ ਖਬਰ ਹੈ ਤੇ ਆਹ ਖੁਸ਼ੀ ਵਾਲੀ ਖਬਰ ਵੀ ਹੈ। ਇੱਕ ਇਹ ਦੱਸਿਓ, ਬਹੁਤ ਸਾਰੇ ਵਿਦਿਆਰਥਣਾਂ ਪਿਛਲੇ ਸਾਲ ਦੇ ਆਏ ਹੋਏ ਨੇ ਜਾਂ ਵੀਜ਼ੇ ਉਹਨਾਂ ਨੂੰ ਪਿਛਲੇ ਸਾਲ ਦੇ ਲੱਗੇ ਨੇ, ਜਨਵਰੀ ਦੇ ਵਿੱਚ ਇਨਟੇਕ ਕੀਤਾ ਉਹਨਾਂ ਨੇ, ਆਏ ਨੇ, ਪਰ ਉਹ ਇਸ ਭੰਬਲ ਭੂਸੇ ਵਿੱਚ ਨੇ ਕਿ ਉਹ 20 ਘੰਟੇ ਹੀ ਕੰਮ ਕਰ ਸਕਦੇ ਆ। ਜਾਂ ਜੋ ਇੱਕ ਅਨਾਉਂਸਮੈਂਟ ਹੋਈ ਸੀ, ਜਿਸ ਤਰ੍ਹਾਂ ਤੁਸੀਂ ਆਹ ਹੁਣੀ ਕਲੀਅਰ ਕੀਤਾ ਕਿ ਸਾਰੇ ਵਰਕ ਪਰਮਿਟ ਵਾਲੇ ਨਾ ਸੋਚਣ ਕਿ ਉਹਨਾਂ ਵਾਸਤੇ ਇਹ ਅਨਾਉਂਸਮੈਂਟ ਹੋਈ ਹੈ। ਉਹ ਕਿਹੜੇ ਵਿਦਿਆਰਥੀ ਨੇ ਜਿਹੜੇ 2023 ਦੇ ਦਸੰਬਰ 31 ਤੱਕ ਜਿੰਨਾ ਮਰਜ਼ੀ ਕੰਮ ਕਰ ਸਕਣ? ਕੋਈ ਡੇਟ ਸੀ ਜੀ ਉਹਨਾਂ ਦੀ ਕਿ ਕਿਹਨਾਂ ਦੇ ਵੀਜ਼ੇ ਕਦੋਂ ਤੋਂ ਪਹਿਲਾਂ ਲੱਗੇ ਹੋਣ? ਬਿਲਕੁਲ ਜੀ, ਉਹਦੇ ਵਿੱਚ ਗਵਰਨਮੈਂਟ ਨੇ ਪਤਾ ਨਹੀਂ ਗਵਰਨਮੈਂਟ ਵੀ ਇਸ ਤਰ੍ਹਾਂ ਦੇ ਡਿਸੀਜਨ ਕਿਉਂ ਕਰ ਦਿੰਦੇ ਨੇ। ਚਾਹੀਦਾ ਤਾਂ ਇਹ ਸੀਗਾ ਕਿ ਉਹ ਸਾਰਿਆਂ ਵਾਸਤੇ ਖੁੱਲਾ ਰੱਖਦੇ ਕਿ ਜਿਹੜੇ ਵੀ ਸਟੂਡੈਂਟਸ ਕੈਨੇਡਾ ਦੇ ਵਿੱਚ ਅੱਜ ਆਏ, ਕੱਲ ਆਏ, ਕਦੋਂ ਆਏ, ਅਗਰ ਉਹ ਅਜੇ ਵੀ ਸਟੂਡੈਂਟਸ ਨੇ, ਅਗਰ ਉਹ ਇਸ ਵੇਲੇ ਕਿਸੇ ਵੀ ਕਾਲਜ ਦੇ ਵਿੱਚ ਐਕਟਿਵਲੀ ਪੜ੍ਹ ਰਹੇ ਨੇ ਤਾਂ ਉਹ ਫੁੱਲ ਟਾਈਮ ਜਿੰਨਾ ਮਰਜ਼ੀ ਕੰਮ ਕਰਨ ਦੇ ਲਈ ਐਲੀਜੀਬਲ ਹੋਣੇ ਚਾਹੀਦੇ ਸੀਗੇ। ਸੋ ਪਰ ਗਵਰਨਮੈਂਟ ਆਫ ਕੈਨੇਡਾ ਨੇ ਕੀ ਕਿਹਾ ਕਿ ਜਿਨ੍ਹਾਂ ਦੀ ਸਟੱਡੀ ਦੀ ਐਪਲੀਕੇਸ਼ਨ 8 ਅਕਤੂਬਰ ਤੋਂ, ਫਿਰ ਵੀ ਸਾਰਿਆਂ ਨੂੰ ਮੈਂ ਰਿਕਮੈਂਡ ਕਰਦਾ ਕਿ ਉਹ ਇੱਕ ਵਾਰੀ ਵੈਬਸਾਈਟ ਤੇ cic.gc.ca ਦੀ ਸਾਈਟ ਤੇ ਜਾ ਕੇ ਉਹ ਇਸ ਡੇਟ ਨੂੰ ਕਨਫਰਮ ਜ਼ਰੂਰ ਕਰ ਲੈਣ। 8 ਅਕਤੂਬਰ 2022 ਤੋਂ ਪਹਿਲਾਂ ਜਿਨ੍ਹਾਂ ਦੀ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਸਬਮਿਟ ਹੋਈ ਸੀ ਨਵੇਂ ਪਰਮਿਟ ਲਈ ਜਾਂ ਐਕਸਟੈਂਸ਼ਨ ਲਈ, ਉਹ ਹੀ ਇਹਦੇ ਵਿੱਚ ਕੰਮ ਕਰਨ ਲਈ ਐਲੀਜੀਬਲ ਹੈਗੇ ਆ। ਉਸ ਤੋਂ ਬਾਅਦ ਵਾਲੇ ਐਲੀਜੀਬਲ ਨਹੀਂ ਹੈ। ਜਸਵੀਰ ਸਿੰਘ, ਬਹੁਤ ਸਾਰੀਆਂ ਉਹ ਗੱਲਾਂ ਸੀ ਅੱਜ ਜਿਨ੍ਹਾਂ ਦੇ ਉੱਤੇ ਫੌਰੀ ਤੌਰ ਤੇ ਦਰਸ਼ਕਾਂ ਦੇ ਨਾਲ ਆਥੈਂਟਿਕ ਜਾਣਕਾਰੀ ਸਾਂਝੀ ਕਰਨੀ ਬਣਦੀ ਸੀ। ਮੈਨੂੰ ਪਤਾ ਹੈ ਕਿ ਕਿਉਂਕਿ ਇਸ ਵਕਤ ਟੈਕਸ ਦਾ ਕੰਮ ਚੱਲ ਰਿਹਾ ਹੈ, ਇਮੀਗ੍ਰੇਸ਼ਨ ਦਾ ਬਹੁਤ ਬਿਜ਼ੀ ਕੰਮ ਚੱਲ ਰਿਹਾ ਹੈ। ਮੈਂ ਸਾਰੇ ਦਰਸ਼ਕਾਂ ਨੂੰ ਵੀ ਦੱਸਦਾ ਕਿ ਹੈਰੀਟੇਜ ਇਮੀਗ੍ਰੇਸ਼ਨ ਐਂਡ ਟੈਕਸ ਤੋਂ ਜਸਵੀਰ ਸਿੰਘ ਨੇ ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ, ਔਰ ਜਦੋਂ ਸੱਦਾ ਦਿੰਦੇ ਆ ਜਾਂਦੇ ਆ। ਪਰ ਕਈ ਵਾਰੀ ਸਾਡੇ ਦਰਸ਼ਕ ਕਹਿੰਦੇ ਨੇ ਕਿ ਲੰਬੀ ਗੋਡੀ ਮਾਰ ਜਾਂਦੇ ਨੇ, 14ਵੀਂ ਦੇ ਚੰਦ ਵਾਂਗੂ ਕਦੇ ਕਦੇ ਨਜ਼ਰ ਆਉਂਦੇ ਨੇ। ਸਾਡਾ ਸੱਦਾ ਕਬੂਲ ਕਰ ਲਿਆ ਕਰੋ ਜੀ, ਗੇੜਾ ਗੂੜਾ ਮਾਰਦੇ ਰਿਹਾ ਕਰੋ। ਬੈਨੀਪਾਲ ਸਾਹਿਬ, ਇੱਕ ਮੈਂ ਹੋਰ ਅਨਾਉਂਸਮੈਂਟ ਕਰ ਦੇਵਾਂ, ਇੱਕ ਥੋੜੀ ਜਿਹੀ ਇਨਫੋਰਮੇਸ਼ਨ ਸ਼ੇਅਰ ਕਰ ਦੇਵਾਂ। ਬਹੁਤ ਸਾਰੇ ਲੋਕਾਂ ਦੇ ਇਹ ਸਵਾਲ ਆਉਂਦੇ ਨੇ ਕਿ ਵਿਜ਼ਿਟਰਸ ਵਾਸਤੇ ਕੋਈ ਨਵੀਂ ਅਨਾਉਂਸਮੈਂਟ ਹੋਈ ਆ, ਵਿਜ਼ਿਟਰ ਹੁਣ ਵਰਕ ਪਰਮਿਟ ਲੈ ਸਕਦੇ ਨੇ। ਤੇ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਵਿਜ਼ਿਟਰ ਵਾਸਤੇ ਕੋਈ ਨਵੀਂ ਅਨਾਉਂਸਮੈਂਟ ਨਹੀਂ ਹੋਈ। ਵਿਜ਼ਿਟਰ ਪਹਿਲਾਂ ਵੀ LMI ਲੈ ਕੇ ਵਰਕ ਪਰਮਿਟ ਲੈ ਸਕਦੇ ਸੀ, ਉਹ ਅੱਜ ਵੀ ਲੈ ਸਕਦੇ ਨੇ। ਸਿਰਫ ਹੋਇਆ ਕੀ ਸੀਗਾ ਕਿ ਜਿਸ ਤਰ੍ਹਾਂ ਬਹੁਤ ਸਾਰੇ ਜਾਣਦੇ ਨੇ ਕਿ ਕੋਵਿਡ ਦੇ ਦੌਰਾਨ ਬਾਰਡਰ ਜਿਹੜੇ ਆ ਬੰਦ ਕੀਤੇ ਹੋਏ ਹੋਣ ਕਰਕੇ LMI ਲੈਣ ਤੋਂ ਬਾਅਦ ਵਿਜ਼ਿਟਰ ਆਪਣਾ ਵਰਕ ਪਰਮਿਟ ਸਿਰਫ ਬਾਰਡਰ ਤੋਂ ਹੀ ਲੈ ਸਕਦੇ ਸੀ ਉਦੋਂ ਦੇ ਕਾਨੂੰਨ ਮੁਤਾਬਕ। ਪਰ ਬਾਰਡਰ ਬੰਦ ਹੋਣ ਕਰਕੇ ਗਵਰਨਮੈਂਟ ਨੇ ਇਹ ਅਨਾਉਂਸਮੈਂਟ ਕੀਤੀ ਸੀ ਕਿ ਹੁਣ ਤੁਸੀਂ LMI ਦੇ ਨਾਲ ਵਰਕ ਪਰਮਿਟ ਆਪਣਾ ਆਨਲਾਈਨ ਵੀ ਅਪਲਾਈ ਕਰ ਸਕਦੇ ਆ ਇਨਸਟੈਡ ਆਫ ਗੋਇੰਗ ਟੂ ਦਾ ਬਾਰਡਰ। ਉਹ ਜਿਹੜੀ ਪਬਲਿਕ ਪਾਲਿਸੀ ਸੀਗੀ ਉਹ ਫਰਵਰੀ 28 ਹੁਣ 2023 ਨੂੰ ਖਤਮ ਹੋ ਰਹੀ ਸੀ। ਉਹ ਪਾਲਿਸੀ ਗਵਰਨਮੈਂਟ ਨੇ 2025 ਫਰਵਰੀ ਤੱਕ ਐਕਸਟੈਂਡ ਕਰ ਦਿੱਤੀ ਆ ਕਿ ਵਿਜ਼ਿਟਰ ਜਿਹੜੇ ਵਰਕ ਪਰਮਿਟ ਲੈਣ ਲਈ ਐਲੀਜੀਬਲ ਨੇ LMI ਦੇ ਨਾਲ, ਜਾਂ ਕੁਝ ਜੌਬਾਂ ਐਸੀਆਂ ਹੁੰਦੀਆਂ ਨੇ ਜਿਹਦੇ ਵਿੱਚ ਤੁਸੀਂ ਬਿਨਾਂ LMI ਤੋਂ ਵੀ ਵਿਜ਼ਿਟਰ ਵਰਕ ਪਰਮਿਟ ਲੈ ਸਕਦੇ ਨੇ। ਫੋਰ ਐਗਜ਼ਾਮਪਲ ਕੋਈ ਪਾਦਰੀ ਆ, ਕੋਈ ਗ੍ਰੰਥੀ ਆ, ਕੋਈ ਪ੍ਰਚਾਰਕ ਆ, ਕੋਈ ਰਾਗੀ ਢਾਡੀ ਆ, ਇਸ ਤਰ੍ਹਾਂ ਦੇ ਫੋਰ ਐਗਜ਼ਾਮਪਲ ਹੋਰ ਵੀ ਕਈ ਤਰ੍ਹਾਂ ਦੇ ਹੈਗੇ ਨੇ। ਉਹ ਹੁਣ 2025 ਫਰਵਰੀ ਤੱਕ ਆਪਣਾ ਵਰਕ ਪਰਮਿਟ ਆਨਲਾਈਨ ਵੀ ਅਪਲਾਈ ਕਰ ਸਕਦੇ ਨੇ ਤੇ ਬਾਰਡਰ ਤੇ ਵੀ ਜਾ ਸਕਦੇ ਨੇ। ਪਰ ਲੋਕਾਂ ਨੂੰ ਸ਼ਾਇਦ ਇਹ ਲੱਗ ਰਿਹਾ ਸੀਗਾ ਕਿ ਵਿਜ਼ਿਟਰ ਵਾਸਤੇ ਸ਼ਾਇਦ ਕੋਈ ਨਵੀਂ ਚੀਜ਼ ਆ ਗਈ। ਦੂਸਰਾ, ਇਸ ਵੇਲੇ ਸਭ ਤੋਂ ਵੱਡੀ ਚੀਜ਼ ਸਟੂਡੈਂਟਸ ਵਾਸਤੇ
ਪਰੇਸ਼ਾਨੀ ਬਣੀ ਹੋਈ ਆ ਕੈਨੇਡਾ ਦੇ ਵਿੱਚ ਪੀਆਰ ਲੈਣਾ, ਕਿਉਂਕਿ ਪੀਆਰ ਲੈਣ ਦਾ ਜਿਹੜਾ ਪੀਆਰ ਦੇਣ ਦਾ ਜਿਹੜਾ ਪ੍ਰੋਗਰਾਮ ਹੈ ਉਹ ਗਵਰਨਮੈਂਟ ਨੇ ਆਪਣੇ ਕੰਟਰੋਲ ਵਿੱਚ ਕੀਤਾ ਹੋਇਆ ਆ, ਡਰਾਅ ਸਿਸਟਮ ਨੂੰ ਲਾਗੂ ਕਰਕੇ। ਹੁਣ ਪਿਛਲੇ ਲੰਬੇ ਟਾਈਮ ਤੋਂ ਡਰਾਅ ਬੰਦ ਸੀਗੇ, ਫਿਰ ਡਰਾਅ ਜਦੋਂ ਸ਼ੁਰੂ ਹੋਏ ਤਾਂ ਹੁਣ 499 490 ਪੁਆਇੰਟ ਤੇ ਡਰਾਅ ਇਸ ਵੇਲੇ ਆਇਆ ਆ। ਲੋਕ ਸਾਰੇ ਇਹ ਸਵਾਲ ਪੁੱਛਦੇ ਨੇ ਕਿ ਸਾਨੂੰ ਕਿੰਨੇ ਪੁਆਇੰਟ ਚਾਹੀਦੇ ਆ ਡਰਾਅ ਦੇ ਵਿੱਚ ਜਾਂ ਪੀਆਰ ਲੈਣ ਲਈ। ਮੇਰਾ ਜਵਾਬ ਇਹ ਹੁੰਦਾ ਆ ਕਿ ਪੁਆਇੰਟ ਕਿੰਨੇ ਚਾਹੀਦੇ ਆ, ਗਵਰਨਮੈਂਟ ਨੇ ਕੋਈ ਵੀ ਪੁਆਇੰਟ ਸੈੱਟ ਨਹੀਂ ਕਰ ਦਿੱਤੇ ਕਿ 400 ਇੰਨੇ ਪੁਆਇੰਟ ਰੱਖਣੇ ਆ, ਹੁਣ ਇੰਨੇ ਮੀਟ ਕਰਨੇ ਪੈਣੇ ਆ। ਡਰਾਅ ਤੇ ਡਰਾਅ ਹੈ, ਅੱਜ ਘੱਟ ਹੈ ਕੱਲ ਵੱਧ ਹੈ। ਸੋ ਜਦੋਂ ਵੀ ਕੋਈ ਸਟੂਡੈਂਟ ਕੋਈ ਵਰਕ ਪਰਮਿਟ ਵਾਲਾ ਕੈਨੇਡਾ ਦੇ ਵਿੱਚ ਆਪਣੀ ਕੈਟਾਗਰੀ ਦੇ ਵਿੱਚ ਜਿਹੜੀ ਕੈਟਾਗਰੀ ਪੀਆਰ ਲਈ ਐਲੀਜੀਬਲ ਹੋਵੇ ਉਹਦੇ ਵਿੱਚ ਜਦੋਂ ਉਹ ਸਾਲ ਪੂਰਾ ਕਰ ਲਵੇ ਤੇ ਉਹਦੇ ਨਾਲ ਸੰਬੰਧਿਤ ਆਈਲੈਟਸ ਦੇ ਬੈਂਡ 5 5.5 6 ਜਿੰਨੇ ਵੀ ਚਾਹੀਦੇ ਨੇ ਉਹ ਲੈ ਲਵੇ, ਰਿਗਾਰਡਲੈਸ ਉਹਦੇ ਪੁਆਇੰਟ 100 ਬਣਦੇ ਆ ਜਾਂ 500 ਬਣਦੇ ਆ। ਉਹ ਇਹ ਨਾ ਦੇਖੇ ਮੇਰੇ ਪੁਆਇੰਟ ਘੱਟ ਹੈ ਡਰਾਅ ਵੱਧ ਆਉਂਦਾ, ਉਹ ਪੂਲ ਦੇ ਵਿੱਚ ਜ਼ਰੂਰ ਐਂਟਰ ਕਰੇ। ਕਿਉਂਕਿ ਜਦੋਂ 2021 ਫਰਵਰੀ ਦੇ ਵਿੱਚ 75 ਪੁਆਇੰਟਾਂ ਦਾ ਡਰਾਅ ਆਇਆ ਸੀ ਤਾਂ ਸਾਡੇ ਵਰਗੇ ਸਾਰੇ ਵਿਦਵਾਨ ਹੈਰਾਨ ਸੀਗੇ ਕਿ ਇਹ ਕਿਸ ਤਰ੍ਹਾਂ ਹੋ ਗਿਆ। ਸੋ ਕੋਈ ਪਤਾ ਨਹੀਂ ਇਮੀਗ੍ਰੇਸ਼ਨ ਕੈਨੇਡਾ ਨੇ ਕਦੋਂ ਇਹ ਡਿਸੀਜਨ ਕਰ ਦੇਣਾ ਆ। ਸੋ ਸਾਰੇ ਇਸ ਚੀਜ਼ ਦਾ ਧਿਆਨ ਰੱਖ ਕੇ ਆਪਣੀ ਪੂਲ ਦੇ ਵਿੱਚ ਐਂਟਰੀ ਜ਼ਰੂਰ ਕਰਨ। ਤੇ ਜ਼ਿਆਦਾਤਰ ਹੁਣ ਸਟੂਡੈਂਟ ਕੋਈ ਮਨੀਟੋਬਾ ਜਾ ਰਿਹਾ, ਕੋਈ ਅਲਬਰਟਾ ਜਾ ਰਿਹਾ, ਕੋਈ ਪ੍ਰਿੰਸ ਐਡਵਰਡ ਆਈਲੈਂਡ, ਕਿਉਂਕਿ ਬੜਾ ਔਖਾ ਹੋ ਚੁੱਕਾ ਆ, ਸਟੂਡੈਂਟ ਦੇ ਪਰਮਿਟ ਮੁੱਕ ਰਹੇ ਆ, ਕੰਮ ਕਰਦੇ ਨੂੰ 2-2 3-3 ਸਾਲ ਹੋ ਗਏ ਆ, ਪੀਆਰ ਹੋ ਨਹੀਂ ਰਹੀ। ਸੋ ਇਹ ਸਾਰੀਆਂ ਚੀਜ਼ਾਂ ਗਵਰਨਮੈਂਟ ਦੇ ਕੰਟਰੋਲ 'ਚ ਨੇ। ਉਹਦਾ ਕਾਰਨ ਹੈਗਾ ਇੰਬੈਲੈਂਸ ਹੋਣਾ। ਜਿੰਨੀਆਂ ਸਪੇਸਿਸ ਪੀਆਰ ਲਈ ਅਲਾਉ ਕਰਦੀ ਆ ਗਵਰਨਮੈਂਟ ਹਰ ਸਾਲ, ਉਸ ਤੋਂ 5-6 ਗੁਣਾ ਜ਼ਿਆਦਾ ਲੋਕਾਂ ਨੂੰ ਕੈਨੇਡਾ ਦੇ ਵਿੱਚ ਬੁਲਾ ਲਿਆ ਜਾਂਦਾ ਆ। ਪਿਛਲੇ ਸਾਲ ਕੈਨੇਡਾ ਦੇ ਵਿੱਚ ਆਲਮੋਸਟ 5.5 ਤੋਂ 6 ਲੱਖ ਸਟੱਡੀ ਪਰਮਿਟ ਇਸ਼ੂ ਕੀਤੇ ਗਏ ਆ। ਹੁਣ ਜੇ ਉਹਦੇ ਵਿੱਚੋਂ 2-3 ਲੱਖ ਵਿਆਹਿਆ ਹੋਏਗਾ ਤਾਂ ਉਹਨਾਂ ਦੇ ਸਪਾਊਸਸ ਵੀ ਆ ਜਾਣਗੇ, 7-8 ਲੱਖ ਹੋ ਜਾਣਗੇ। ਫਿਰ ਜਿਹੜੇ ਲੋਕ ਦੂਸਰੇ ਦੇਸ਼ਾਂ ਤੋਂ ਬਿਨਾਂ LMI ਲਿਆ ਵਰਕ ਪਰਮਿਟ ਲੈ ਸਕਦੇ ਆ, ਜਿਨ੍ਹਾਂ ਦੇ ਕੈਨੇਡਾ ਦੇ ਨਾਲ ਸਮਝੌਤੇ ਨੇ ਯੂਰਪੀਅਨ ਕੰਟਰੀਆਂ ਦੇ, 50-70 ਹਜ਼ਾਰ ਲੋਕ ਉਹ ਵੀ ਆ ਜਾਂਦੇ ਆ। ਜਿਹੜੇ LMI ਲੈ ਕੇ ਵਰਕ ਪਰਮਿਟ ਲੈ ਲੈਂਦੇ ਆ ਉਹਨਾਂ ਦੀ ਵੀ ਗਿਣਤੀ 1 ਲੱਖ, 1.5 ਲੱਖ, 2 ਲੱਖ ਹੋ ਜਾਂਦੀ ਆ। ਸੋ ਕਰ ਕਰਾ ਕੇ ਮਿਲੀਅਨ ਦੇ ਕਰੀਬ ਬੰਦਾ 1 ਸਾਲ ਦੇ ਵਿੱਚ ਅਗਰ ਲੀਗਲੀ ਐਂਟਰ ਕਰ ਗਿਆ ਤੇ ਪੱਕੇ ਹੋਣ ਨੂੰ ਗਵਰਨਮੈਂਟ ਕੀ ਕਹਿੰਦੀ ਆ ਜੀ, ਇਸ ਸਾਲ ਦਾ ਕੋਟਾ ਆ 4,60,000, 4,50,000। ਉਹ 4,60,50,000 ਦੇ ਵਿੱਚ ਵੀ 1 ਲੱਖ ਤਾਂ ਹੋ ਜਾਂਦੇ ਆ ਜਿਹੜੇ ਹਸਬੈਂਡ ਵਾਈਫ ਇੱਕ ਦੂਜੇ ਨੂੰ ਸਪਾਂਸਰ ਕਰਦੇ ਆ, 25-30 ਹਜ਼ਾਰ ਰਿਫਿਊਜੀ ਹੋ ਗਏ। ਬਾਕੀ ਗਵਰਨਮੈਂਟ ਯੂਕਰੇਨ ਤੋਂ ਬੰਦੇ ਲੈ ਆਂਦੇ ਜਾਂ ਹੋਰਨਾਂ ਕੰਟਰੀਆਂ ਤੋਂ ਲੈ ਆਂਦੇ। ਕਰ ਕਰਾ ਕੇ ਪੁਆਇੰਟ ਸਿਸਟਮ ਦੇ ਵਿੱਚ ਜਿਹੜੀਆਂ ਸਪੇਸਿਸ ਬਚਦੀਆਂ ਉਹ 1.5-2 ਲੱਖ ਦੇ ਕਰੀਬ ਬਚਦੀਆਂ ਨੇ। ਤੇ ਬੰਦਾ ਅਸੀਂ ਸੱਦ ਲਿਆ ਮਿਲੀਅਨ ਤੇ ਸਪੇਸਿਸ ਛੱਡੀਆਂ ਉਹਨਾਂ ਵਾਸਤੇ 2-2.25 ਲੱਖ। ਤਾਂ ਇਸ ਕਰਕੇ ਬੜਾ ਕੰਪੈਟੀਟਿਵ ਤੇ ਔਖਾ ਹੋ ਗਿਆ ਆ। ਹਰ ਕਿਸੇ ਨੂੰ ਇਹੀ ਬੇਨਤੀ ਆ ਕਿ ਆਪਣਾ ਲੀਗਲ ਸਟੇਟਸ ਮੇਨਟੇਨ ਕਰਕੇ ਰੱਖੋ। ਗਵਰਨਮੈਂਟ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਆ, ਬੇਨਤੀਆਂ ਕੀਤੀਆਂ ਜਾ ਰਹੀਆਂ ਆ, ਕਿਤੇ ਨਾ ਕਿਤੇ ਵਾਰੀ ਆ ਹੀ ਜਾਣੀ ਆ। ਸੋ ਆਪਣੀ ਆਪਸ਼ਨ ਸੋਚ ਸਮਝ ਕੇ ਐਕਸਪਲੋਰ ਕਰਕੇ ਹੀ ਦੂਜੇ ਥਾਵਾਂ ਤੇ ਮੂਵ ਕਰੋ, ਜਿਨ੍ਹਾਂ ਸਟੇਟਾਂ 'ਚ ਤੁਹਾਨੂੰ ਚੰਗਾ ਇੰਪਲੋਇਰ ਮਿਲਦਾ ਹੋਵੇ, ਤੁਹਾਡੀ ਐਕਸਪਲੋਇਟੇਸ਼ਨ ਨਾ ਹੋਵੇ, ਪੈਸਿਆਂ ਦਾ ਖੇਲ ਨਾ ਖੇਲਿਆ ਜਾਵੇ, ਤੇ ਉੱਥੇ ਤੁਸੀਂ ਜਾ ਕੇ ਆਪਦੀ PR ਲੈ ਸਕਦੇ। ਜਸਵੀਰ ਜੀ, ਇਹਨਾਂ ਨੇਕ ਸਲਾਹਾਂ ਦੇ ਵਾਸਤੇ ਅਤੇ ਐਕਸਪਰਟ ਰਾਏ ਦੇਣ ਦੇ ਵਾਸਤੇ ਤੁਹਾਡਾ ਤਹਿ ਦਿਲੋਂ ਧੰਨਵਾਦ। ਫਿਰ ਕਿਸੇ ਦਿਨ ਤੁਹਾਡੇ ਨਾਲ ਗੱਲਬਾਤ ਕਰਾਂਗੇ। ਮਿਹਰਬਾਨੀ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਬੈਨੀਪਾਲ ਜੀ ਮੌਕਾ ਦੇਣ ਲਈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਦੋਸਤੋ। ਇਹ ਸਨ ਹੈਰੀਟੇਜ ਇਮੀਗ੍ਰੇਸ਼ਨ ਤੋਂ ਜਸਵੀਰ ਸਿੰਘ ਕਲੇਰ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਵਿਦਿਆਰਥੀਆਂ ਜਿਨ੍ਹਾਂ ਦਾ 700 ਵਿਦਿਆਰਥੀ ਬਹੁਤ ਵੱਡਾ ਅੰਕੜਾ ਹੈ, ਭਵਿੱਖ ਇਸ ਵਕਤ ਹਨੇਰੇ 'ਚ ਹੈ, ਉਹਨਾਂ ਦਾ ਕੀ ਬਣ ਸਕਦਾ ਹੈ। ਵਿਜ਼ਟਰਸ ਦੇ ਵਾਸਤੇ ਕੀ ਇਸ ਵਕਤ ਨਵੀਂ ਅਨਾਊਂਸਮੈਂਟ ਹੈ, ਵਿਦਿਆਰਥੀਆਂ ਵਾਸਤੇ ਕੀ ਨਵੀਂ ਅਨਾਊਂਸਮੈਂਟ ਹੈ, ਕਿਹੜੇ ਵਿਦਿਆਰਥੀ ਕਦੋਂ ਆਏ ਤੇ ਕਿਹੜੇ ਖੁੱਲ੍ਹਾ ਕੰਮ ਕਰ ਸਕਦੇ ਤੇ ਕਿਹਨਾਂ ਦੇ ਉੱਤੇ ਹਾਲੇ ਦੀ ਘੜੀ ਵੀ ਪਾਬੰਦੀ ਹੈ। ਤੇ ਇਹ ਕੁਝ ਜਾਣਕਾਰੀਆਂ ਉਮੀਦ ਹੈ ਕਿ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਕਿਰਪਾ ਕਰਕੇ ਇਹਨਾਂ ਜਾਣਕਾਰੀ ਨੂੰ ਅੱਗੇ ਹੋਰ ਪੁੱਜਦਾ ਜ਼ਰੂਰ ਕਰ ਦਿਓ, ਤਾਂ ਕਿ ਜਿਹੜੇ ਇਸ ਵਕਤ ਮਾਪੇ ਉੱਥੇ ਹੈਰਾਨ ਨੇ, ਜਿਹੜੇ ਇਸ ਵਕਤ ਕੁਝ ਇੱਕ ਲੁਟੇਰੇ ਲੋਕ ਨੇ ਜਿਹੜੇ ਤੁਹਾਨੂੰ ਗਲਤ ਸਲਾਹਾਂ ਦੇ ਰਹੇ ਹੈ ਕਿ ਨਹੀਂ ਜੀ ਆਹ ਨਹੀਂ ਹੋਣਾ, ਉਹ ਹੋ ਜੂ, ਉਹ ਨਹੀਂ ਹੋਣਾ, ਆਹ ਹੋ ਜੂ, ਤਾਂ ਕਿ ਉਹਨਾਂ ਦੇ ਨਾਲੋਂ ਤੁਸੀਂ ਬਚ ਸਕੋ ਤੇ ਹੋਰ ਪੈਸੇ ਦੀ ਬਰਬਾਦੀ ਤੁਹਾਡੀ ਨਾ ਹੋਵੇ। ਅੱਜ ਦਾ ਵਿਸ਼ੇਸ਼ ਕਰਕੇ ਤੁਹਾਡੀ ਜਿਹੜੀ ਆਪਾਂ ਆਖ ਸਕਦੇ ਹਾਂ ਕਿ ਹੁਕਮ ਸੀ ਤੁਹਾਡਾ, ਉਹਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਦੂਜੇ ਪ੍ਰੋਗਰਾਮ ਨੂੰ ਬ੍ਰੇਕਾਂ ਲਾ ਕੇ ਉਚੇਚੇ ਤੌਰ ਤੇ ਇਹ ਪ੍ਰੋਗਰਾਮ ਤੁਹਾਡੇ ਰੂਬਰੂ ਕੀਤਾ। ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਕਮੈਂਟ ਬਾਕਸ ਵਿੱਚ ਤੁਹਾਡਾ ਕੋਈ ਹੋਰ ਵੀ ਸਵਾਲ ਹੋਇਆ ਲਿਖ ਭੇਜਿਓ, ਤਾਂ ਕਿ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਜਸਵੀਰ ਸਿੰਘ ਕਲੇਰ ਹੋਰਾਂ ਨੂੰ ਫਿਰ ਸ਼ਾਮਲ ਕਰਕੇ ਉਹਨਾਂ ਤੋਂ ਤੁਹਾਡੇ ਸਵਾਲਾਂ ਦੇ ਜਵਾਬ ਲੈ ਸਕੀਏ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।